ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰਮੁਖ ਜਨੋ, ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਅਸੀਂ ਭਗਤ ਬਾਣੀ ਵਿੱਚੋਂ ਭਗਤ ਕਬੀਰ ਜੀ ਦਾ ਸ਼ਬਦ ਜੋ ਗੋੜੀ ਰਾਗ ਵਿੱਚ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 329 ਦੇ ਉੱਤੇ ਹੈ। ਦੇ ਮੁਹਾਰ ਲਗਾਮ ਪਹਿਰਾਵੂ ਸਗਲਤਾ ਜੀਨ ਗਗਨ ਦੋਹਰਾਵੂ। ਇਸ ਦੀ ਵਿਚਾਰ ਭੈਣ ਜੀ ਮਨਿੰਦਰ ਕੌਰ ਜੀ ਪਾਸੋਂ ਸਰਵਣ ਕਰਾਂਗੇ। ਭਗਤ ਬਾਣੀ ਵਿੱਚੋਂ ਕੁਝ ਚੋਣਵੇਂ ਸ਼ਬਦ ਜਿਹੜੇ ਕਠਿਨ ਸ਼ਬਦ ਹਨ, ਜਿਨ੍ਹਾਂ ਨੂੰ ਸਮਝਣਾ ਥੋੜਾ ਮੁਸ਼ਕਲ ਹੈ, ਜਾਂ ਜਿਨ੍ਹਾਂ ਦੇ ਵਿੱਚ ਸੰਕੇਤਕ ਸ਼ਬਦ ਦੇ ਕੇ ਉਹਦੀ ਡੀਪ ਵਿਆਖਿਆ ਹੈ, ਉਹ ਸ਼ਬਦਾਂ ਦੀ ਅਸੀਂ ਵਿਚਾਰ ਹਰ ਹਫ਼ਤੇ ਇੱਕ ਸ਼ਬਦ ਵਿਚਾਰ ਕਰਦੇ ਹਾਂ। ਅੱਜ ਦਾ ਇਹ ਸ਼ਬਦ ਜੋ ਹੈ, ਇਹਦੇ ਵਿੱਚ ਵੀ ਘੋੜਾ ਕੌਣ ਹੈ, ਲਗਾਮ ਕਿਹੜੀ ਹੈ, ਇਸ ਸਹਿਜ ਦੇ ਪਗੜੇ ਕਿਹੜੇ ਨੇ, ਇਹ ਚੀਜ਼ਾਂ ਸਾਰੀਆਂ ਸਮਝਣ ਵਾਲੀਆਂ ਹਨ। ਇਸ ਵਿਚਾਰ ਭੈਣ ਜੀ ਮਨਿੰਦਰ ਕੌਰ ਜੀ ਸਾਡੇ ਨਾਲ ਕਰ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਅੱਜ ਦੀ ਵਿਚਾਰ ਆਰੰਭ ਕਰਨ। ਭੈਣ ਜੀ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਕਬੀਰ ਜੀ ਨੇ ਦੱਸਿਆ ਹੈ ਕਿ ਅਸੀਂ ਕਬੀਰ ਜੀ ਦੇ 31ਵੇਂ ਸ਼ਬਦ ਦੀ ਵਿਚਾਰ ਕਰਨ ਲੱਗੇ ਹਾਂ। ਦੇ ਮੁਹਾਰ ਲਗਾਮ ਪਹਿਰਾਵੋ ਸਗਲ ਤਜੀਨ ਗगन दोहरावो अपने विचार असवारी कीजै सहज के पावड़े पग धर लीजै रहाओ। चल रे बैकुंठ तुझे ले तारो हिचे ता प्रेम के चाबुक मारो। कहत कबीर पले असवारा बेद कतेब ते रह निरारा। ਇਹਦੇ ਚ ਕਬੀਰ ਜੀ ਸਮਝਾ ਰਹੇ ਹਨ, ਹੇ ਮੇਰੇ ਮਨਾ, ਚੱਲ ਤੈਨੂੰ ਸਵਰਗ ਵਿੱਚ ਲੈ ਕੇ ਚੱਲਾਂ, ਤੇਰਾ ਪਾਰ ਉਤਾਰਾ ਕਰ ਦਿਆਂ ਇਸ ਭੌਜਲ ਸੰਸਾਰ ਤੋਂ, ਇਸ ਤ੍ਰੈਗੁਣੀ ਮਾਇਆ ਤੋਂ। ਤੇ ਜੇ ਤੂੰ ਮੇਰੇ ਕਾਬੂ ਨਹੀਂ ਆਇਆ ਤੇ ਮੈਂ ਤੈਨੂੰ ਸੋਟੀਆਂ ਮਾਰਾਂਗਾ ਪ੍ਰੇਮ ਦੀਆਂ, ਰੱਬ ਦੇ ਪ੍ਰੇਮ ਦੀਆਂ। ਕਿੱਦਾਂ ਤੂੰ ਮੇਰੇ ਕਾਬੂ ਨਹੀਂ ਆਂਦਾ। कितने शानदार लेवल ते सतगुर पातशाह साडे सामने ये सिद्धांत रखते ने। ते सब तो पहला असी हरप्रीत कौर दी आवाज विच ये शब्द सरवण करते हाँ। वीर जी शब्द एमपी वीर जी शब्द लगा देना सी। वाहिगुरु जी का खालसा वाहिगुरु जी की फतेह।
ਮਿਊਟ ਹੋ ਗਿਆ ਸੀ ਵੀਰ ਜੀ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹੀ ਹਾਂ ਕਿ ਰਹਾਉ ਦੀ ਤੁਕ ਵਿੱਚ ਸ਼ਬਦ ਦਾ ਅੰਤਰੀ ਭਾਵ ਹੁੰਦਾ ਹੈ। ਤੇ ਅਸੀਂ ਪਹਿਲਾਂ ਇਸੇ ਪੰਕਤੀ ਨੂੰ ਸਮਝਣ ਦਾ ਯਤਨ ਕਰਾਂਗੇ। ਸ਼ਬਦ ਦੀਆਂ ਸੇਧਾਂ ਵੱਲ ਜੇ ਪਹਿਲੇ ਧਿਆਨ ਦੇਈਏ ਤਾਂ ਸਭ ਤੋਂ ਪਹਿਲਾਂ ਤਾਂ ਹੈਡਿੰਗ ਵਿੱਚ ਗੌੜੀ ਤੇ ਕਬੀਰ ਜੀ ਨੂੰ ਨਖੇੜ ਕੇ ਪੜ੍ਹਨਾ ਹੈ। ਗੌੜੀ ਤੋਂ ਬਾਅਦ ਅਲਪ ਵਿਸ਼ਰਾਮ ਦੇ ਕੇ ਤੇ ਕਬੀਰ ਜੀ ਬੋਲਣਾ ਹੈ। ਤੇ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਗੌੜੀ ਵਿੱਚ ਗੱਗੇ ਤੋਂ ਬਾਅਦ ਜਦ ਔਂਕੜ ਆਉਂਦੀ ਹੈ ਤੇ ਉਚਾਰਨ ਕਰਨ ਲੱਗਿਆ ਗੌੜੀ ਪੜ੍ਹਦੇ ਹਾਂ, ਗੱਗੇ ਤੇ ਕਨੌੜਾ ਲਾ ਕੇ ਬੋਲਣਾ ਹੈ। ਆਪਣੇ ਵਿਚਾਰ ਅਸਵਾਰੀ ਕੀਜੈ, सहज कै पावड़े पग धर लीजै रहाओ। अपने विचार ते विश्राम देना है ते अपने दुलावां पढ़नियां ने। विचार बिहारी बोलनी है, विचार असवारी कीजै, कीजै ते जज्जे नू दुलावा हन, दोनों दीर्घ मात्रा ने ते दीर्घ दी तरह ही पढ़ना है। सहज खड़ा तड़ा पढ़ना है ते विश्राम देना है। पावड़े ते विश्राम देना है ते पप्पे ते नास की उच्चारण करना है, पावड़े। लीजै दोनों दीर्घ मात्रा ਹਨ। ਹੁਣ ਅਸੀਂ ਦੇਖਦੇ ਹਾਂ ਕਿ ਰਾਉ ਦੀ ਤੁਕ ਵਿੱਚ ਕਬੀਰ ਸਾਹਿਬ ਜੀ ਕੀ ਸਮਝਾ ਰਹੇ ਹਨ। ਆਪਣੇ ਵਿਚਾਰ ਅਸਵਾਰੀ ਕੀਜੈ, ਆਪਣੇ ਵਿਚਾਰਾਂ ਨਾਲ ਜਾਂ ਵਿਚਾਰਾਂ ਦੁਆਰਾ ਅਸਵਾਰੀ ਕਰਨੀ ਚਾਹੀਦੀ ਹੈ। ਤੇ ਸਹਿਜ ਕੇ ਪਾਵੜੇ ਪਗ ਧਰ ਲੀਜੈ, सहज तो पाओ शांति अडोलता है ते पावड़े तो रकाब, ज्ञान रूपी रकाब विच पैर रख लेने चाहिए ਹਨ। ਹੁਣ ਇਸ ਦਾ ਅਸੀਂ ਅੰਤਰੀ ਭਾਵ ਦੇਖਦੇ ਹਾਂ। ਇਹ ਮਨ ਘੋੜਾ ਹੈ, ਇਹਨੇ ਗਿਆਨ ਦੀ ਅਸਵਾਰੀ ਲੈਣੀ ਹੈ ਤੇ ਮਨ ਦੌੜਦਾ ਹੈ, ਜਿਹਨੂੰ ਕਬੀਰ ਸਾਹਿਬ ਜੀ ਨੇ ਕਿਹਾ ਹੈ, ਕਬੀਰ ਮਨ ਪੰਖੀ ਭਇਓ ਉਡ ਉਡ ਦੇ ਦਿਸ ਜਾਏ, जो जैसी संगत मिले सो तैसो फल खाए। गल सारी मन दी है। साडे जीवन दा रिमोट कंट्रोल मन है। ये जो चाहे साडे कोलों करवा सकता है, क्योंकि हर गल पहला मन विच आउंदी है, बाद विच असी करते हाँ। मन ही सानू हिदायत देंदा है, हुण भुख लगी है जां प्यास लगी है जां होर कुछ है, ਅਸੀਂ ਕਰਨ ਲੱਗ ਪੈਂਦੇ ਹਾਂ। ਦੂਜੇ ਪਾਸੇ ਜੇ ਮਨ ਨਾ ਕਰੇ ਤੇ ਭਾਵੇਂ ਕੋਈ ਕਿੰਨਾ ਵੀ ਜ਼ੋਰ ਲਾ ਲਵੇ, ਪਰ ਅਸੀਂ ਕਹਿ ਦਿੰਦੇ ਹਾਂ ਮਨ ਨਹੀਂ ਹੈ। ਮਨ ਸਰੀਰ ਤੇ ਆਤਮਾ ਦੇ ਵਿਚਕਾਰ ਵਿਚੋਲੇ ਦਾ ਕੰਮ ਕਰਦਾ ਹੈ। ਜੇ ਮਨ ਦਾ ਝੁਕਾਅ ਆਤਮਾ ਵੱਲ ਹੋਵੇ ਤਾਂ ਇਹ ਸਾਡੀ ਚੰਗੀ ਸੋਚ ਬਣਾਉਂਦਾ ਹੈ, ਤੇ ਜੇ ਮਨ ਦਾ ਝੁਕਾਅ ਸਰੀਰ ਵੱਲ ਹੋਵੇ ਤਾਂ ਸਾਨੂੰ ਦੁਨੀਆਦਾਰੀ ਵਿੱਚ ਖਚਤ ਕਰ ਦਿੰਦਾ ਹੈ। ਅਸੀਂ ਦਾਤਾਂ ਨਾਲ ਜੁੜ ਕੇ ਦਾਤਾਰ ਨੂੰ ਭੁਲਾ ਦਿੰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਇਸ ਅਵਸਥਾ ਲਈ ਕਹਿੰਦੇ ਹਨ, ਕਬਹੂ ਜਿਹੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਆਮ ਹਾਲਾਤਾਂ ਵਿੱਚ ਮਨ ਦਾ ਝੁਕਾਓ ਮਾੜੀਆਂ ਬਿਰਤੀਆਂ ਵੱਲ ਜ਼ਿਆਦਾ ਹੁੰਦਾ ਹੈ, ਜਿਸ ਨਾਲ ਸਾਡੀਆਂ ਭਟਕਨਾਵਾਂ ਖਤਮ ਹੀ ਨਹੀਂ ਹੁੰਦੀਆਂ। ਪਰ ਦੂਜੇ ਪਾਸੇ ਇਹ ਮਨ ਬੜਾ ਸ਼ਕਤੀਸ਼ਾਲੀ ਵੀ ਹੈ। ਜੇ ਸਾਡੇ ਨਾਲ ਹੋਵੇ ਤੇ ਗੁਰੂ ਚਰਨਾਂ ਨਾਲ ਜੋੜ ਦਿੰਦਾ ਹੈ। ਤੇ ਜਿਉ ਜੀ ਸੰਗਤ ਵਿੱਚ ਰਹੇਗਾ ਉਹ ਜੇ ਇਹ ਫਲ ਪ੍ਰਾਪਤ ਹੋਵੇਗਾ। ਤੇ ਇਹ ਮਨ ਜੈਸਾ ਸੇਵੇਂ ਤੈਸਾ ਹੋਵੇ, ਤੇਹੇ ਕਰਮ ਕਮਾਏ। ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਿਛੂ ਨਾ ਜਾਏ। ਇੱਕ ਹੋਰ ਪੰਕਤੀ ਦੇਖਦੇ ਹਾਂ, ਮਨ ਸਮਝਾਵਨ ਕਾਰਨੇ ਕਛੁਅਕ ਪੜੀਏ ਗਿਆਨ। ਕਬੀਰ ਸਾਹਿਬ ਜੀ ਦੀ ਪੰਕਤੀ ਹੈ ਵੀ, ਜਦੋਂ ਇਹ ਮਾਇਆ ਦੀ ਸੰਗਤ ਵਿੱਚ ਹੈ ਤੇ ਹਰ ਵੇਲੇ ਭਟਕਦਾ ਪਿਆ ਹੈ, ਪਰ ਜੇ ਗਿਆਨ ਵਾਲੀ ਸਵਾਰੀ ਕਰ ਲਵੇ, ਗੁਰੂ ਦੀ ਦਿੱਤੀ ਜਾਚ ਵਾਲੀ, ਤੇ ਫਿਰ ਮਨ ਰੂਪੀ ਘੋੜਾ ਭਾਵੇਂ ਭਜਦਾ ਹੀ ਹੋਵੇਗਾ ਪਰ ਬੇਲਗਾਮ ਨਹੀਂ ਹੋਵੇਗਾ। ਜਿਵੇਂ ਹਾਥੀ ਦੇ ਨਾਲ ਸਤਿਗੁਰ ਪਾਤਸ਼ਾਹ ਨੇ ਸ਼ਬਦ ਦਿੱਤਾ ਹੈ, ਹਸਤੀ ਸਿਰ ਜੋ ਅੰਕੁਸ਼ ਹੈ, ਅਹਰਨ ਜੋ ਸਿਰ ਦੇ, ਮਨ ਤਨ ਆਗੇ ਰਾਖ ਕੇ ਊਭੀ ਸੇਵ ਕਰੇ।
एक और शब्द गुरु अमरदास साहब जी का ही है, मन कुंचर पीलक गुरु ज्ञान कुंडा जै खिंचै तै जाए, नानक हस्ती कुंडे बाहरा फिर उजड़ पाए। मन हाथी वर्गा है ते गुरु महावत है, पीलक है, उस कोल ज्ञान दा कुंडा है। नानक हस्ती कुंडे बाहरा फिर उजड़ पाए। जे सतगुर इसदा महावत बने, ज्ञान कुंडा तो भाव है गुरु दी मत दा कुंडा होवे, तां मन उधर जांदा है जिधर गुरु टोरदा है। जे कुंडा नहीं है ते हाथी मुड़ मुड़ के उजाड़े वाल ही जांदा है, पाओ कुराए पैंदा है। पर जे महावत उसदे ऊपर कुंडा दे देवे ते फिर उजाड़े वाल नहीं जांदा। इस तरह भी मन जड़ा है, जे गुरु दे ज्ञान, गुरु दी जीवन जाच वाली, सतगुर दी जीवन जाच वाली लगाम पा लवेगा, फिर सहज के पावड़े पग धर लीजै, फिर इसदा सहज विच पैर रखा जाएगा। एक सीन जिहा क्रिएट किया है घोड़े ते चढ़न लई, जिवें पावड़ा पाओ रकाब दे विच पैर रखदे ने, जेड़ी ओ गोल जी बनी होंदी है जिस ते पैर रख के घोड़े ते चढ़िया जांदा है ते उस नाल चढ़ना आसान हो जाता है। इसी तरह जे ओ पावड़ा सहज दा होवे, फिर मन ते असवारी करनी भी सौखी हो जाएगी, ते लगाम ज्ञान दी होवे, फिर मन रूपी घोड़ा गलत राह ते नहीं टुरेगा, गलत राह ते नहीं जाएगा। पाओ गुरु कोलों जीवन जाच लैके समझ के विचार के मन दे घोड़े ते चढ़न दी लोड़ है। मन घोड़ा है, ओदे ते चढ़ना है, पर मन दे घोड़े ते चढ़न लई लोड़ है रकाब दी। पर रकाब होवे कि किहो जेही? रकाब होवे सहज वाली, ते ओदे विच असी पैर धरिया होवे संसारक विकारां अधीन, धर्म कर्मां दे अधीन जिंदगी ना जिउंदे होइए, बल्कि सहज वाली सवारी करिए। गुरु दा ज्ञान ही सहज वाली सवारी करा सकता है। फिर ਇਹ ਤ੍ਰੈਗੁਣੀ ਮਾਇਆ ਵਾਲੀ ਅਵਸਥਾ ਨੂੰ ਛੱਡ ਕੇ ਗੁਰੂ ਦੇ ਗੁਣਾ ਵਾਲੀ ਜ਼ਿੰਦਗੀ ਜੀ ਕੇ ਚੱਲਣ, ਇਸ ਤੇ ਚੱਲਣ ਦੇ ਨਾਲ ਸਾਡਾ ਮਾਇਆ ਵਾਲਾ ਸੁਭਾਅ ਬਦਲ ਜਾਂਦਾ ਹੈ, ਵਿਚਾਰ ਬਦਲ ਜਾਂਦੇ ਹਨ। ਇਸ ਅਵਸਥਾ ਨੂੰ ਸੁਖ ਸਹਿਜ ਨਿਵਾਸ ਕਿਹਾ ਹੈ। ਜਿਸ ਤਰ੍ਹਾਂ ਗੁਰਬਾਣੀ ਵਿੱਚ ਸੁਖ ਸ਼ਾਂਤ ਸਹਿਜ, ਸੁਖ ਸ਼ਾਂਤ ਸਹਿਜ ਅਤੇ ਸ਼ਾਂਤ ਸਹਿਜ ਵੀ ਇੱਕ ਦੋ ਵਾਰੀ ਇਕੱਠੇ ਆਏ ਹਨ। ते सहजे ही ते सुख शांत होए, बिन सहजे जीवन बाद। आत्मक अडोलता तो आत्मक आनंद ते शांति प्राप्त हुंदी है। आत्मक अडोलता तो बिना, सहज तो बिना जिंदगी व्यर्थ जाती है। जिस तो समझ आती है कि आत्मक सुख तो बाद मनुख नूं शांति प्राप्त हो रही है, ते शांति तो बाद सहज की प्राप्ति हुंदी है। ਤੇ ਜਿਸ ਨੂੰ ਸਹਿਜ ਦੀ ਪ੍ਰਾਪਤੀ ਹੋ ਗਈ, ਉਸ ਨੂੰ ਦੁੱਖ ਸੁੱਖ ਧੁੱਪ ਛਾਂ ਵਾਧਾ ਘਾਟਾ ਸੋਨਾ ਮਿੱਟੀ ਇੱਕੋ ਜਿਹੇ ਜਾਪਦੇ ਹਨ। ਪਰ ਸਹਿਜ ਦੀ ਪ੍ਰਾਪਤੀ ਹੋਣੀ ਕਿੱਥੋਂ ਹੈ? ਭਾਈ ਰੇ ਗੁਰ ਬਿਨ ਸਹਿਜ ਨਾ ਹੋਏ, ਸ਼ਬਦੇ ਹੀ ਤੇ ਸਹਿਜ ਉਪਜੈ, ਹਰ ਪਾਇਆ ਸਚ ਸੋਏ। ਸਾਰੀ ਸ੍ਰਿਸ਼ਟੀ ਮਨ ਦੀ ਸ਼ਾਂਤੀ ਲਈ ਤਰਸਦੀ ਪਈ ਹੈ, पर सहज मिलना की तो है गुरु दी शरण पिया। उस तो बिना आत्मक अटोलता की प्राप्ति नहीं होती है। राह विच कबीर जी ने समझाया है, मन नू किवें गुरु दे ज्ञान राही काबू विच रख के सहज तक अपड़ना है। हुण पहला बंद देखते हाँ, जिथे कबीर जी कहते हैं, दे मुहार लगाम पहरावों, सगल तजीन गगन दौरावों। मुहार ते विश्राम देना है, ते दद्दे दी लां स्ट्रेस दे के बोलनी है, क्योंकि दीर्घ मात्रा है। ते लगाम तो बाद अलग विश्राम देना है, ते पहरावों बिंदी सहित उच्चारण करना है। ते हाए दी स्यारी दा उच्चारण पप्पे ते दुलावा हर होएगा, नाली पहरावों बब्बे ते भी कनौड़े दी आवाज आएगी, नाली नासकी उच्चारण होएगा। दे मुहार
लगाम पहरावों, सगल त जीन गगन दौरावों। दे तो भाव है दे के, ਜਾਂ ਅਸੀਂ ਘੋੜੇ ਵਾਸਤੇ ਵਰਤ ਰਹੇ ਹਾਂ, ਤੇ ਪਾ ਕੇ ਕਹਿ ਸਕਦੇ ਹਾਂ। ਮੁਹਾਰ ਇੱਕ ਪਤਲੀ ਜਿਹੀ ਰੱਸੀ ਹੈ ਜੋ ਲਗਾਮ ਦੇ ਨਾਲ ਹੀ ਬੱਝੀ ਹੁੰਦੀ ਹੈ। ਮੂੰਹ ਹਾਰ, ਮੂੰਹ ਦੀ ਤਰ੍ਹਾਂ ਮੂੰਹ ਨੂੰ ਬੰਦ ਰੱਖਣਾ ਪਾਓ, ਨਿੰਦਾ ਉਸਤਤ ਤੋਂ ਬਚ ਕੇ ਰਹਿਣਾ। ਲਗਾਮ ਜਿਸ ਨੂੰ ਵਾਗ ਵੀ ਕਹਿੰਦੇ ਹਨ, ਜਿਹੜੀ ਘੋੜੇ ਦੇ ਮੂੰਹ ਵਿੱਚ ਪਾਈ ਜਾਂਦੀ ਹੈ, ਤੇ ਸਗਲ ਤੋਂ ਭਾਵ ਹੈ ਸਾਰਾ ਕੁਝ। ਜੀਨ ਜਿਸ ਨੂੰ ਕਾਠੀ ਕਹਿੰਦੇ ਹਾਂ। ਗਗਨ ਤੋਂ ਭਾਵ ਹੈ ਆਕਾਸ਼ ਦਾ, ਆਕਾਸ਼ ਜਾਂ ਦਸਮ ਦਵਾਰ। ਮੈਂ ਮਨ ਨੂੰ ਪ੍ਰੇਮ ਦੀ ਲਗਨ ਲਾਵਾਂ ਤੇ ਉਸਤਤ ਨਿੰਦਾ ਤੋਂ ਰੋਕਾਂ, ਪਰ ਮੈਂ ਇਹ ਕਰਨਾ ਕਿਵੇਂ ਹੈ? ਬੜਾ ਸਪਸ਼ਟ ਦੱਸਿਆ ਹੈ। ਦੇ ਮੁਹਾਰ, ਮੁਹਾਰ ਜਿਹੜੀ ਲਗਾਮ ਪਾਈ ਹੁੰਦੀ ਹੈ, ਜਿਹਦੇ ਨਾਲ ਘੋੜੇ ਨੂੰ ਕੰਟਰੋਲ ਕਰਦੇ ਨੇ। ਘੋੜੇ ਨੂੰ ਤਾਂ ਕੁਝ ਪਤਾ ਹੀ ਨਹੀਂ, ਪਰ ਉਹਦੇ ਮੂੰਹ ਤੇ ਜੋ ਸ਼ਿਕੰਜਾ ਪਾ ਦਿੱਤਾ ਜਾਵੇ, ਮੁਹਾਰ ਪਾ ਦਿੱਤੀ ਜਾਵੇ, ਤੇ ਉਹਦੀ ਜੋ ਬੇਲਗਾਮੀ ਹੈ ਉਹ ਖਤਮ ਹੋ ਜਾਂਦੀ ਹੈ, ਉਹ ਮੁੱਕ ਜਾਂਦੀ ਹੈ। ਫਿਰ ਉਹ ਲਗਾਮ ਵਿੱਚ ਆ ਗਿਆ। ਹੁਣ ਉਹ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਨਹੀਂ ਭੱਜੇਗਾ। ਤੇ ਮਨ ਰੂਪੀ ਘੋੜੇ ਤੇ ਜਦੋਂ ਗੁਰੂ ਵਾਲੀ ਲਗਾਮ ਪਾਈ ਜਾਵੇਗੀ, ਮਾਲਕ ਨੂੰ ਦੇਖਣ ਦੀ ਜੋ ਬਿਰਤੀ ਹੈ ਉਹ ਪਾ ਲਵੇ, ਤੇ ਉਹ ਆਪਣੀ ਸੁਰਤ ਨੂੰ ਗਗਨ ਦੌਰਾਵੋਂ ਪਾਓ, 10ਵੇਂ ਦਵਾਰ ਤੱਕ ਪਾਓ, ਉੱਚੀ ਸੋਚ ਤੇ ਲੈ ਜਾਂਦਾ ਹੈ। ਉਹਦੇ ਤੇ ਕਾਠੀ ਕਿਹੜੀ ਪਾਣੀ ਹੈ? ਮਾਲਕ ਜੀ ਦੀ ਵਿਆਪਕਤਾ ਦੀ, ਜਿਸ ਨਾਲ ਉਹ ਰੱਬ ਨੂੰ ਹਰ ਥਾਂ ਤੇ ਮਹਿਸੂਸ ਕਰ ਸਕੇ। ਤੇ ਮਨ ਰੂਪੀ ਘੋੜੇ ਤੇ ਜਦੋਂ ਗੁਰੂ ਵਾਲੀ ਲਗਾਮ ਪਾਈ ਜਾਏਗੀ, ਮਾਲਕ ਨੂੰ ਦੇਖਣ ਦੀ ਜੋ ਬਿਰਤੀ ਹੈ ਉਹ ਪਾ ਲਵੇ, ਤੇ ਉਹ ਆਪਣੀ ਸੁਰਤ ਨੂੰ ਗਗਨ ਦੌਰਾਵਾਂ ਪਾਓ, 10ਵੇਂ ਦਵਾਰ ਪਾਓ, ਉੱਚੀ ਸੋਚ ਤੇ ਲੈ ਜਾਂਦਾ ਹੈ। ਜਦ ਕੋਈ ਵੱਧ ਘੱਟ ਗੱਲ ਕਰਦਾ ਹੋਵੇ ਤੇ ਸਹਿਜ ਹੀ ਕਹਿ ਦਿੰਦੇ ਹਾਂ ਕਿ ਮੂੰਹ ਤੇ ਲਗਾਮ ਲਾ। ਉੱਥੇ ਭਾਵ ਕੀ ਹੁੰਦਾ ਹੈ? ਜੋ ਬੋਲ ਰਹੇ ਹੋ ਸੋਚ ਸਮਝ ਕੇ ਬੋਲੋ, ਐਵੇਂ ਹੀ ਕੁਝ ਨਾ ਬੋਲੀ ਜਾਓ। ਇੱਥੇ ਭਾਵ ਹੈ ਉਸਤਤ ਨਿੰਦਾ ਤੋਂ ਬਚ ਕੇ ਰਹਿਣਾ। ਸੁਖਮਨੀ ਸਾਹਿਬ ਜੀ ਵਿੱਚ ਵੀ ਪੰਕਤੀ ਆਉਂਦੀ ਹੈ, ਕਬਹੂ ਸਾਧ ਸੰਗਤ ਤੇ ਪਾਵੈ, ਉਸ ਸਥਾਨ ਤੇ ਬਹੁਰ ਨਾ ਆਵੇ। अंतर होए ज्ञान प्रगास, उस स्थान का नहीं विनाश। ਜਦੋਂ ਇਹ ਜੀਵ ਸਾਧ ਸੰਗਤ ਵਿੱਚ ਅੱਪੜ ਜਾਂਦਾ ਹੈ ਤੇ ਉਸ ਸਥਾਨ ਤੋਂ ਮੁੜ ਵਾਪਸ ਨਹੀਂ ਆਉਂਦਾ। ਉੱਚੀ ਆਤਮਕ ਅਵਸਥਾ ਤੇ ਜੋ ਇੱਕ ਵਾਰ ਪਹੁੰਚ ਗਿਆ, ਫਿਰ ਉਹ ਵਾਪਸ ਨਹੀਂ ਆਉਂਦਾ, ਕਿਉਂਕਿ ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਤੇ ਇਸ ਪਹਿਲੀ ਪੰਕਤੀ ਵਿੱਚ ਕਬੀਰ ਸਾਹਿਬ ਜੀ ਸਮਝਾਇਆ ਹੈ ਕਿ ਮਨ ਰੂਪੀ ਘੋੜੇ ਨੂੰ ਜਦੋਂ ਫੋਕਸ ਕਰ ਲੈਂਦੇ ਹਾਂ, ਮਨ ਵਿੱਚ ਜਦੋਂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਤਾਂ ਫਿਰ ਇਹ ਭਟਕਣੋਂ ਹਟ ਜਾਂਦਾ ਹੈ, ਉਸਤਤ ਨਿੰਦਾ ਤੋਂ ਬਚ ਜਾਂਦਾ ਹੈ। ਤੇ ਉਸਤਤ ਨਿੰਦਾ ਤੋਂ ਬਚ ਜਾਣ ਨਾਲ ਪਰਮਾਤਮਾ ਨਾਲ ਪ੍ਰੇਮ ਦੀ ਲਗਨ ਲੱਗ ਜਾਂਦੀ ਹੈ ਤੇ ਦੁਨਿਆਵੀ ਮੋਹ ਨੂੰ ਤਿਆਗ ਦਿੰਦਾ ਹੈ, ਜਿਸ ਨਾਲ ਉੱਚੀ ਆਤਮਕ ਅਵਸਥਾ ਤੱਕ ਪਹੁੰਚ ਜਾਂਦਾ ਹੈ। ਹੁਣ ਦੂਸਰੇ ਬੰਦ ਵਿੱਚ ਦੇਖਦੇ ਹਾਂ ਕਬੀਰ ਜੀ ਕੀ ਕਹਿੰਦੇ ਹਨ। ਚਲ ਰੇ ਬੈਕੁੰਠ ਤੁਝੇ ਲੈ ਤਾਰੋਂ, ਹਿਚੈ ਤਾਂ ਪ੍ਰੇਮ ਕੈ ਚਾਬੁਕ ਮਾਰੋਂ। ਚਲ ਰੇ ਇਹ ਸੰਬੋਧਨ ਰੂਪ ਵਿੱਚ ਹੈ ਗੁਰਬਾਣੀ ਵਿੱਚ। ਰੇ ਬਾਣੀਕਾਰਾਂ ਨੇ ਆਪਣੇ ਵਾਸਤੇ ਵਰਤਿਆ ਹੈ ਤੇ ਹੇ ਪਰਮਾਤਮਾ ਵਾਸਤੇ ਵਰਤਿਆ ਹੈ। ਤੇ ਰੇ ਤੇ ਵਿਸ਼ਰਾਮ ਦੇਣਾ ਹੈ। ਬੈਕੁੰਠ ਜਿਵੇਂ ਲਿਖਿਆ ਹੈ ਉਸੇ ਤਰ੍ਹਾਂ ਪੜ੍ਹਨਾ ਹੈ। ਬੈਕੁੰਠ ਤੋਂ ਬਾਅਦ ਫਿਰ ਵਿਸ਼ਰਾਮ ਦੇਣਾ ਹੈ। ਤੇ ਤੁਝੇ ਵਿੱਚ ਹਾਏ ਦੀ ਸਿਆਰੀ, ਝੱਜੇ ਤੇ ਦੁਲਾਵਾਂ ਤੇ ਹਲਕਾ ਜਿਹਾ ਹਾਏ ਦਾ ਉਚਾਰਨ ਹੋਏਗਾ ਤੇ ਲੱਲੇ ਨੂੰ ਲਾ ਹੈ। ਲੇ ਹਾਰ ਹੀ ਪੜ੍ਹਨਾ ਹੈ। ਲੇ ਦਾ ਉਚਾਰਨ ਲੇ ਦੀ ਤਰ੍ਹਾਂ ਹੀ ਕਰਨਾ ਹੈ। ਤਾਰੋਂ ਰਾਰੇ ਤੇ ਕਨੌੜੇ ਦੀ ਆਵਾਜ਼ ਆਏਗੀ ਤੇ ਨਾਸਕੀ ਉਚਾਰਨ ਵੀ ਆਏਗਾ। ਹਿਚੈ ਤੇ ਵਿਸ਼ਰਾਮ ਦੇਣਾ ਹੈ। ਪਹਿਲੇ ਹਾਏ ਦੀ ਸਿਆਰੀ, ਫਿਰ ਸਿਆਰੀ, ਉਸਨੂੰ ਸਿਹਾਰੀ ਹਾਰੀ ਪੜ੍ਹਨਾ ਹੈ ਤੇ ਦੂਜੇ ਹਾਏ ਦੀ ਸਿਆਰੀ ਚੱਚੇ ਦੇ ਦੁਲਾਵਾਂ
ਆਣਗੀਆਂ ਤੇ ਨਾਲ ਨਾਸਕੀ ਉਚਾਰਨ ਹੋਏਗਾ। त ਉਸਨੂੰ ਕੋਈ ਲਗ ਮਾਤਰਾ ਨਹੀਂ ਲਗਾਣੀ ਹੈ। त ਤੱਤਾ ਮੁਕਤਾ ਬੋਲਣਾ ਹੈ। ਪ੍ਰੇਮ ਵਿੱਚ ਪੱਪੇ ਦੇ ਪੈਰਾਂ ਦਾ ਰਾਰਾ ਤਿੱਖਾ ਬੋਲਣਾ ਹੈ ਤੇ ਪੱਪੇ ਨਾਲ ਲੱਗੀ ਲਾਂ ਰਾਰੇ ਨਾਲ ਪੜਨੀ ਹੈ। ਪੱਪਾ ਮੁਕਤਾ ਪੜਨਾ ਹੈ। ਕੈ ਚਾਬੁਕ ਵਿੱਚ ਬੱਬੇ ਦੀ ਔਂਕੜ ਦਾ ਉਚਾਰਨ ਕਰਨਾ ਹੈ। ਬੱਬੇ ਨੂੰ ਜਿਹੜੀ ਔਂਕੜ ਲੱਗੀ ਹੈ ਉਸ ਦਾ ਉਚਾਰਨ ਹੋਏਗਾ। ਫਿਰ ਵਿਸ਼ਰਾਮ ਦੇਣਾ ਹੈ। ਮਾਰੋਂ ਰਾਰੇ ਤੇ ਕਨੌੜੇ ਦੀ ਆਵਾਜ਼ ਤੇ ਫਿਰ ਨਾਸਕੀ ਉਚਾਰਨ ਵੀ ਕਰਨਾ ਹੈ। ਮਾਰੋਂ चल रे बैकुंठ तुझे ले तारों खिंचे ता प्रेम के चाबुक मारों। हे मन रूपी घोड़े चल मैं तेनू बैकुंठ दी सैर करावां। जे उत्थे जान लई ना नुक्कर करेगा ते प्रेम दी चाबक मारांगा। कबीर साहब जी अपने शब्दां विच बार-बार बैकुंठ की गल करते हैं। जद गौड़ी राग ਦੇ ਹੀ 10 ਨੰਬਰ ਦੇ ਸ਼ਬਦ ਵਿੱਚ ਵੀ ਦੇਖੀਏ ਤੇ ਰਹਾਉ ਦੀ ਪੰਕਤੀ ਵਿੱਚ ਕਹਿੰਦੇ ਹਨ, ਕਹੋ ਕਬੀਰ ਇਹ ਕਹੀਏ ਕਾਹੇ ਸਾਧ ਸੰਗਤ ਬੈਕੁੰਠੇ ਆਹੇ। ਬੈਕੁੰਠ ਜਿਸਨੂੰ ਕਿ ਅਸੀਂ ਸਵਰਗ ਵੀ ਕਹਿ ਦਿੰਦੇ ਹਾਂ। ਕਈ ਵਾਰ ਸੁਣਦੇ ਹਾਂ ਕਸ਼ਮੀਰ ਧਰਤੀ ਤੇ ਸਵਰਗ ਹੈ। ਕਿਉਂ ਕਹਿੰਦੇ ਹਾਂ? ਉੱਥੇ ਜਾ ਕੇ ਉੱਥੇ ਦੇ ਨਜ਼ਾਰੇ ਦੇਖ ਕੇ ਮਨ ਨੂੰ ਸ਼ਾਂਤੀ ਜਿਹੀ ਮਹਿਸੂਸ ਹੁੰਦੀ ਹੈ। ਬੰਦਾ ਥੋੜੀ ਦੇਰ ਲਈ ਸਭ ਕੁਝ ਭੁੱਲ ਜਾਂਦਾ ਹੈ। ਮੈਂ ਥੋੜੀ ਦੇਰ ਕਹਿ ਰਹੀ ਹਾਂ ਕਿਉਂਕਿ ਕਬੀਰ ਸਾਹਿਬ ਜਿੱਥੇ ਮਨ ਰੂਪੀ ਘੋੜੇ ਨੂੰ ਲੈ ਕੇ ਜਾਣ ਦੀ ਗੱਲ ਕਰ ਰਹੇ ਹਨ, ਉੱਥੇ ਥੋੜੀ ਦੇਰ ਲਈ ਆਨੰਦ ਨਹੀਂ ਬਲਕਿ ਸਦਾ ਆਨੰਦ ਹੈ। ਅੰਤਰੀ ਭਾਵ ਦੇਖਦੇ ਹਾਂ। ਕਬੀਰ ਸਾਹਿਬ ਕਹਿੰਦੇ ਨੇ ਇਹ ਜਿਹੜੀ ਗੱਲ ਸਮਝਣ ਵਾਲੀ ਹੈ, ਇਸ ਨੂੰ ਮਨ ਵਿੱਚ ਪੱਕਾ ਕਰਨ ਦੀ ਲੋੜ ਹੈ। ਕਿਵੇਂ ਸਮਝਾਈਏ ਮਨ ਨੂੰ? ਇਸ ਗੱਲ ਵਾਸਤੇ ਕਿ ਮਨ ਨੂੰ ਮੰਨਣਾ ਪੈਣਾ ਹੈ। ਇਸ ਕੰਮ ਵਾਸਤੇ ਉਹ ਕਿਹੜਾ ਕੰਮ ਹੈ ਜਿਹੜਾ ਬੈਕੁੰਠ ਹੈ, ਜਿਸ ਵਿੱਚ ਸਦਾ ਆਨੰਦ ਹੈ। ਇਹ ਮਰਨ ਤੋਂ ਬਾਅਦ ਦੀ ਗੱਲ ਨਹੀਂ, ਇਹ ਐਸੇ ਜੀਵਨ ਦੀ ਗੱਲ ਹੈ, ਸਾਡੇ ਮਨੁੱਖਾ ਜੀਵਨ ਦੀ, ਜਿਹੜਾ ਅਸੀਂ ਜਿਉਂਦੇ ਪਏ ਹਾਂ। ਜੇ ਮੈਂ ਗੁਰੂ ਦੀ ਸੰਗਤ ਕਰਨ ਜੋਗਾ ਹੋ ਗਿਆ ਹਾਂ ਤੇ ਫਿਰ ਮੈਂ ਬੈਕੁੰਠ ਵਿੱਚ ਸਵਰਗ ਵਿੱਚ ਜ਼ਿੰਦਗੀ ਬਿਤਾ ਰਿਹਾ ਹਾਂ। ਫਿਰ ਸਵਰਗ ਕੀ ਹੋਇਆ? ਸਵਰਗ ਸਹਿਜ ਅਵਸਥਾ ਹੈ, ਖੇੜੇ ਤੇ ਆਨੰਦ ਦੀ ਅਵਸਥਾ ਹੈ, ਜਿਹੜੀ ਗੁਰੂ ਦੀ ਬਾਣੀ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਭਗਤਾਂ ਦੀ ਬਾਣੀ ਤੇ ਗੁਰੂ ਪਾਤਸ਼ਾਹ ਦੀ ਬਾਣੀ ਦੇ ਸਿਧਾਂਤ ਕਿਵੇਂ ਇੱਕ ਦੂਜੇ ਨਾਲ ਮੇਲ ਖਾਂਦੇ ਨੇ, ਇਸ ਨੂੰ ਪੰਚਮ ਪਾਤਸ਼ਾਹ ਦੇ ਸਾਰੰਗ ਰਾਗ ਵਿੱਚ ਉਚਾਰਨ ਕੀਤੇ ਸ਼ਬਦ ਰਾਹੀਂ ਦੇਖਦੇ ਹਾਂ। ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰ ਕਾ ਨਾਉ ਰਾਉ। ਗੁਰੂ ਅਰਜਨ ਪਾਤਸ਼ਾਹ ਬੈਕੁੰਠ ਦੀ ਵਿਆਖਿਆ ਕਰਦੇ ਪਏ ਨੇ। ਸਵਰਗ ਕੀ ਹੁੰਦਾ ਹੈ? ਬੈਕੁੰਠ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਮੈਂ ਬਾਣੀ ਵਿੱਚ ਦੱਸਿਆ ਰੱਬੀ ਜੀਵਨ ਹਰ ਵਕਤ ਆਪਣੇ ਧਿਆਨ ਵਿੱਚ ਰੱਖਦਾ ਹਾਂ। ਆਪਣੀ ਜ਼ਿੰਦਗੀ ਦਾ ਕੋਈ ਵੀ ਕੰਮ ਗੁਰੂ ਦੇ ਹੁਕਮ ਤੋਂ ਅੱਗੇ ਪਿੱਛੇ ਜਾ ਕੇ ਨਹੀਂ ਕਰਦਾ। ਗੋਬਿੰਦ ਚਰਨ ਨਿਤ ਧਿਆਉ, ਹਰ ਵਕਤ ਗੁਰੂ ਦੇ ਹੁਕਮ ਵਿੱਚ ਆਪਣੇ ਆਪ ਨੂੰ ਤਿਆਰ ਰੱਖਦਾ ਹਾਂ। ਇਸ ਵਾਸਤੇ ਹਰ ਵਕਤ ਸਵਰਗ ਵਿੱਚ ਰਹਿੰਦਾ ਹਾਂ, ਸਹਿਜ ਵਿੱਚ ਖੇੜੇ ਦੀ ਅਵਸਥਾ ਵਿੱਚ ਰਹਿੰਦਾ ਹਾਂ। ਜਿਹੜੀ ਮੁਕਤੀ ਲੋਕੀ 4 ਪਦਾਰਥਾਂ ਵਿੱਚ ਲੱਭਦੇ ਨੇ, 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੇ, ਉਹ ਮੈਨੂੰ ਮੁਕਤੀ ਦਾ ਪਦਾਰਥ ਗੁਰੂ ਦੀ ਸੰਗਤ ਵਿੱਚੋਂ ਮਿਲ ਜਾਂਦਾ ਹੈ। ਗੁਰੂ ਦੀ ਸੰਗਤ ਵਿੱਚੋਂ ਪ੍ਰਾਪਤ ਕੀ ਹੁੰਦਾ ਹੈ? ਮੁਕਤੀ ਕਿੱਥੋਂ ਮਿਲਦੀ ਹੈ? ਰੱਬ ਜੀ ਦਾ ਨਾਮ ਅੰਮ੍ਰਿਤ ਰੂਪ ਹੈ, ਉਹ ਮਿਲ ਜਾਂਦਾ ਹੈ। ਤੇ ਇਸ ਅੰਮ੍ਰਿਤ ਪਦਾਰਥ ਨਾਲ ਕਿਸ ਚੀਜ਼ ਤੋਂ ਮੁਕਤੀ ਮਿਲਦੀ ਹੈ? ਵਿਕਾਰਾਂ ਤੋਂ। ਪਰ ਇਸ ਲਈ ਗੁਰੂ ਦੀ ਸੰਗਤ ਕਰਕੇ ਤੇ ਵੇਖੀਏ, ਤਾਂ ਹੀ ਛੁਟਕਾਰਾ ਹੋਏਗਾ। उत्तम कथा सुनीजै श्रवणी मया करो भगवान, आवत जात दो पख पूरन पाइए सुख विश्राम। गुरु दी बानी अपने ਕੰਨਾਂ ਨਾਲ ਉਸ ਦੀ ਕਥਾ ਸੁਣੀਏ,
ਗੁਰੂ ਦੀ ਬਾਣੀ ਵਿੱਚ ਕੀ ਦੱਸਿਆ ਹੋਇਆ ਹੈ? ਜੀਵਨ ਜਿਉਣ ਦੇ ਸਿਧਾਂਤ ਦਿੱਤੇ ਹੋਏ ਨੇ। ਕਬੀਰ ਸਾਹਿਬ ਦੇ ਸ਼ਬਦ ਵਿੱਚ ਜਿਸ ਬੈਕੁੰਠ ਦੀ ਗੱਲ ਕੀਤੀ ਹੈ, ਇਸ ਸ਼ਬਦ ਵਿੱਚ ਉਸਦੀ ਐਕਸਪਲੇਨੇਸ਼ਨ ਆਂਦੀ ਪਈ ਹੈ। ਇਹ ਵਿਚਾਰਧਾਰਾ ਅਸੀਂ ਸਿੱਖਣੀ ਹੈ, ਇਹ ਸਿਧਾਂਤ ਅਸੀਂ ਸਿੱਖਣੇ ਨੇ। ਜੇ ਸਾਡੇ ਪੱਲੇ ਹੀ ਕੁਝ ਨਹੀਂ ਪਿਆ, ਜ਼ਿੰਦਗੀ ਵਿੱਚ ਕੁਝ ਵਸਾਇਆ ਹੀ ਨਹੀਂ, ਉਹ ਕਥਾ ਸੁਣੀ ਕੀ ਨਹੀਂ ਕੀ ਫਰਕ ਪੈਂਦਾ ਹੈ? ਸੁਣੀ ਜਾਂ ਨਾ ਸੁਣੀ, ਉਸ ਦੇ ਨਾਲ ਕੁਝ ਫਰਕ ਨਹੀਂ ਪੈਂਦਾ ਹੈ। ਉੱਤਮ ਕਥਾ ਸੁਣੀਜੈ ਸ਼੍ਰਵਣੀ, ਮਇਆ ਕਰੋ ਭਗਵਾਨ। ਮਇਆ ਦਾ ਮਤਲਬ ਹੈ ਮਿਹਰ ਕਰੋ, ਬਖਸ਼ਿਸ਼ ਕਰੋ ਮੇਰੇ ਤੇ। ਆਵਤ ਜਾਤ ਦੋ ਪਖ ਪੂਰਨ, ਪਾਈਐ ਸੁਖ ਵਿਸ਼ਰਾਮ। ਜਿਹੜੇ ਮੇਰੇ ਮਨ ਦੇ ਵਿੱਚ ਖਿਆਲਾਤ ਆਉਂਦੇ ਨੇ, ਤ੍ਰਿਸ਼ਨਾਵਾਂ ਆਉਂਦੀਆਂ ਨੇ, ਉਹ ਚਲੀਆਂ ਜਾਂਦੀਆਂ ਨੇ, ਉਹ ਪੂਰਨ ਹੁੰਦੀਆਂ ਨੇ, ਹੋਰ ਆ ਜਾਂਦੀਆਂ ਨੇ। ਉਹਨਾਂ ਸਭ ਵੱਲੋਂ ਤਸੱਲੀ ਮਿਲ ਜਾਂਦੀ ਹੈ, ਮੇਰਾ ਮਨ ਟਿਕ ਜਾਂਦਾ ਹੈ। ਜਿਸ ਵਕਤ ਗੁਰੂ ਦੀ ਦੱਸੀ ਜੀਵਨ ਜਾਚ ਅਪਣਾ ਕੇ ਜ਼ਿੰਦਗੀ ਗੁਰੂ ਦੇ ਹੁਕਮ ਵਿੱਚ, ਗੁਰੂ ਦੀ ਰਜ਼ਾ ਵਿੱਚ ਬਿਤਾਉਣ ਲੱਗ ਜਾਂਦਾ ਹਾਂ। ਸੋਧਤ ਸੋਧਤ ਤਤ ਵਿਚਾਰਿਓ। ਤੇ ਸੋਧਨਾ ਕੀ ਹੈ? ਆਪਣੀ ਵਿਵੇਕ ਬੁੱਧੀ ਨਾਲ ਗੱਲ ਨੂੰ, ਉਹਦੀ ਤਹਿ ਤੱਕ ਪਹੁੰਚ ਕੇ, ਬਰੀਕੀ ਤੱਕ ਪਹੁੰਚ ਕੇ ਤਤ ਕੱਢਣਾ, ਇਹ ਗੱਲ ਠੀਕ ਹੈ, ਇਹ ਨਹੀਂ ਹੈ। ਵਿਚਾਰ ਵਿਚਾਰ ਕੇ, ਸਮਝ ਸਮਝ ਕੇ ਅਖੀਰ ਇਸ ਨੈਟ ਰਿਜ਼ਲਟ ਤੇ ਪਹੁੰਚਿਆ ਹਾਂ ਕਿ ਸਭ ਤੋਂ ਉੱਤਮ ਰੱਬ ਦੀ ਭਗਤੀ ਹੈ। ਤੇ ਭਗਤੀ ਰੱਬ ਦੇ ਨਾਮ ਤੋਂ ਬਗੈਰ ਹੋਰ ਕੋਈ ਤਰੀਕੇ ਨਾਲ ਕਰਦੇ ਹਾਂ ਤੇ ਉਹ ਸਾਰੇ ਊਨੇ ਹਨ, ਉਹਨਾਂ ਵਿੱਚ ਕਮੀਆਂ ਹਨ ਜਿਹੜੇ ਮੰਜ਼ਿਲ ਤੇ ਨਹੀਂ ਪਹੁੰਚਾ ਸਕਦੇ। ਰਾਮਕਲੀ ਰਾਗ ਵਿੱਚ ਪੰਚਮ ਪਾਤਸ਼ਾਹ ਦਾ ਸ਼ਬਦ ਹੈ, ਦੁੱਖ ਗਿਆ ਸਭ ਰੋਗ ਗਿਆ। ਮਨ ਦੇ ਰੋਗਾਂ ਦੀ ਗੱਲ ਹੈ, ਸਰੀਰਕ ਰੋਗਾਂ ਦੀ ਨਹੀਂ। ਇੱਥੇ ਮਨ ਦੇ ਰੋਗਾਂ ਦੀ ਗੱਲ ਹੈ। ਮੇਰਾ ਮਨ ਵਿਕਾਰਾਂ ਤੋਂ, ਔਗਣਾਂ ਤੋਂ ਦੁਖੀ ਹੈ, ਉਹਨਾਂ ਤੋਂ ਮੈਨੂੰ ਮੁਕਤੀ ਮਿਲ ਗਈ। ਕਿਵੇਂ? ਪ੍ਰਭ ਕੀ ਆਗਿਆ ਮਨ ਮਹਿ ਮਾਨੀ, ਮਹਾਪੁਰਖ ਕਾ ਸੰਗ ਭਇਆ। ਮੈਨੂੰ ਗੁਰੂ ਦੀ ਸੰਗਤ ਮਿਲ ਗਈ ਹੈ ਤੇ ਰੱਬ ਜੀ ਦਾ ਹੁਕਮ ਮੈਂ ਸਵੀਕਾਰ ਕਰ ਲਿਆ ਹੈ। ਪਾਓ ਜੋ ਤੁਸੀਂ ਕਿਹਾ ਹੈ ਸਤ ਬਚਨ। ਮੈਂ ਔਗੁਣਾਂ ਤੋਂ, ਵਿਕਾਰਾਂ ਤੋਂ ਮੁਕਤ ਹੋ ਗਿਆ ਹਾਂ। ਜਿੱਥੇ ਰੱਬੀ ਗਿਆਨ ਵਾਲਾ ਜੀਵਨ ਹੈ, ਤਾਂ ਬੈਕੁੰਠ ਜਹ ਨਾਮ ਉਚਰੈ, ਸਰਬ ਆਨੰਦ ਜਬ ਦਰਸ਼ਨ ਪਾਈਏ। ਰਾਮ ਗੁਨਾ ਨਿਤ ਨਿਤ ਹਰ ਗਾਈਏ। ਜਿੱਥੇ ਸੰਤ ਜਨ ਪਰਮਾਤਮਾ ਦਾ ਨਾਮ ਉਚਰਦੇ ਹਨ, ਉਹ ਥਾਂ ਬੈਕੁੰਠ ਬਣ ਜਾਂਦੀ ਹੈ। ਅਤੇ ਜਦੋਂ ਗੁਰਮੁਖਾਂ ਦਾ ਦਰਸ਼ਨ ਕਰਦੇ ਹਾਂ ਤਾਂ ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਂਦੇ ਹਨ। ਉਹ ਸੰਸਾਰਕ ਅੱਖਾਂ ਦੇ ਦਰਸ਼ਨ ਹਨ, ਉਹ ਜਿਹੜੇ ਹਨ ਉਹ ਸੰਸਾਰਕ ਅੱਖਾਂ ਦੇ ਦਰਸ਼ਨ ਹਨ। ਰਾਮ ਗੁਨਾ ਨਿਤ ਨਿਤ ਹਰ ਗਾਈਏ। ਦਰਸ਼ਨ ਦੋ ਤਰ੍ਹਾਂ ਦੇ ਹਨ, ਇੱਕ ਤਾਂ ਆਪਣੀਆਂ ਅੱਖਾਂ ਨਾਲ ਦੇਖਣਾ, ਦੂਸਰਾ ਅਰਥ ਹੁੰਦਾ ਹੈ ਵਿਚਾਰਧਾਰਾ ਨੂੰ ਸਮਝਣਾ। ਇਸ ਨੂੰ ਦਰਸ਼ਨ ਕਹਿੰਦੇ ਨੇ। ਸਾਡੇ ਗੁਆਂਢੀ ਮਤ ਦੇ ਵਿੱਚ ਵੇਦਾਂਤ ਜਿਹੜੇ ਆਉਂਦੇ ਨੇ, ਇਹਨਾਂ ਨੂੰ ਦਰਸ਼ਨ ਕਹਿੰਦੇ ਨੇ। ਪੁਸਤਕਾਂ ਨੂੰ, ਸ਼ਾਸਤਰ ਨੂੰ, ਇਹਨਾਂ ਨੂੰ ਸ਼ਾਸਤਰ ਹਨ। ਇੱਥੇ ਜਿਹੜਾ ਦਰਸ਼ਨ ਦਾ ਲਫ਼ਜ਼ ਹੈ, ਜੀਵਨ ਜਾਚ ਨੂੰ ਸਮਝਣ ਦਾ ਹੈ। ਜਿਸ ਵਕਤ ਗੁਰੂ ਦੀ ਦੱਸੀ ਜੀਵਨ ਜਾਚ ਮੇਰੇ ਪੱਲੇ ਪੈ ਜਾਂਦੀ ਹੈ, ਮੈਨੂੰ ਮਨ ਦੇ ਵਿੱਚ ਖੇੜਾ ਹੀ ਖੇੜਾ ਮਿਲਦਾ ਹੈ। ਰਾਮ ਗੁਨਾ ਨਿਤ ਨਿਤ ਹਰ ਗਾਈਏ। ਮੈਨੂੰ ਸਮਝ ਆਉਂਦੀ ਹੈ ਰੱਬ ਜੀ ਗੁਨਾ ਦੇ ਸਾਗਰ ਨੇ। ਮੈਂ ਤੇ ਹਰ ਵਕਤ, ਹਰ ਵੇਲੇ ਉਸ ਦੇ ਗੁਨਾ ਵਾਲਾ ਜੀਵਨ ਬਤੀਤ ਕਰਨਾ ਹੈ, ਉਸੇ ਪਾਸੇ ਜ਼ਿੰਦਗੀ ਬਿਤਾਨੀ ਹੈ। ਫਿਰ ਮੈਨੂੰ ਕਿਉਂ ਨਹੀਂ ਬੈਕੁੰਠ ਮਿਲਣਾ? 24 ਘੰਟੇ ਮੈਂ ਬੈਕੁੰਠ ਵਿੱਚ ਹੀ ਹਾਂ। ਗੁਰਬਾਣੀ ਵਿੱਚ ਬੈਕੁੰਠ ਲਈ ਹੋਰ ਵੀ ਕਈ ਸ਼ਬਦ ਹਨ, ਕਿਉਂਕਿ ਮਨ ਮਾਇਆ ਦੇ ਅਧੀਨ, ਮਾਇਆ ਦੇ ਪ੍ਰਭਾਵ ਵਿੱਚ ਭਟਕਦਾ ਹੈ, ਖੁਆਰ ਹੁੰਦਾ ਹੈ। ਪਰ ਜਿਵੇਂ ਘਰ ਵਿੱਚ ਬੱਚੇ ਹੁੰਦੇ ਨੇ, ਅਸੀਂ ਬਹੁਤ ਵਾਰ ਉਹਨਾਂ ਨੂੰ ਕਿਸੇ ਗੱਲ ਲਈ ਮਨਾਉਣਾ ਹੁੰਦਾ ਹੈ ਤੇ ਕਿਸੇ ਵੇਲੇ ਅਸੀਂ ਪਿਆਰ ਨਾਲ ਮਿੱਠੀ ਜਿਹੀ ਝਿੜਕੀ ਮਾਰਦੇ ਹਾਂ, ਕਿਸੇ ਵੇਲੇ ਵਲਾ ਕੇ ਜਾਂ ਲਾਲਚ ਦੇ ਕੇ ਮਨਾ ਲੈਂਦੇ ਹਾਂ। ਪਰ ਕਬੀਰ ਸਾਹਿਬ ਜੀ ਵੀ ਕਹਿੰਦੇ ਨੇ, ਆ ਮਨਾ,
ਇੱਥੇ ਸਵਰਗ ਦਾ ਮਤਲਬ ਹੈ ਟਿਕਾ ਜਾਂ ਸਹਿਜ। ਟਿਕਾ ਚਾਹੁੰਦਾ ਹੈ ਨਾ, ਸਹਿਜ ਵਿੱਚ ਰਹਿਣਾ ਚਾਹੁੰਦਾ ਹੈ ਨਾ, ਜੇ ਭਟਕਣਾ ਤੋਂ ਬਚਣਾ ਚਾਹੁੰਦਾ ਹੈ ਤੇ ਆ ਤੈਨੂੰ ਉੱਥੇ ਤੱਕ ਲੈ ਕੇ ਜਾਵਾਂ ਜਿੱਥੇ ਸਦਾ ਆਨੰਦ ਹੈ, ਸਦਾ ਟਿਕਾ ਹੈ। ਜੇ ਤੂੰ ਨਾ ਮੰਨੇ ਨਾ ਹਿੱਚੇ ਤਾਂ ਪ੍ਰੇਮ ਕੇ ਚਾਬੁਕ ਮਾਰੋ। ਪ੍ਰੇਮ ਦੇ ਨਾਲ ਮਾਇਆ ਤੋਂ ਉਪਰਾਮ ਕਰਨ ਦੀ ਬਿਰਤੀ ਵੀ ਦੱਸਾਂ। ਚੱਲ ਮੈਂ ਤੈਨੂੰ ਸਵਰਗ ਲੈ ਕੇ ਚੱਲਾਂ, ਜਿਹੜਾ ਗਿਆਨ ਮਿਲਿਆ ਹੈ, ਜਿਹੜੀ ਸਮਝ ਆਈ ਹੈ ਮਾਇਆ ਤੋਂ ਉਪਰਾਮਤਾ ਦੀ, ਉਹਦੇ ਤੋਂ ਜੇ ਤੂੰ ਦੌੜੇ, ਦੂਰ ਭੱਜੇ, ਗੁਰੂ ਵਾਲੇ ਪਾਸੇ ਮੂੰਹ ਨਾ ਕਰੇ, ਤਾਂ ਮੈਂ ਪਿਆਰ ਨਾਲ ਉਸ ਪਾਸੇ ਨੂੰ ਸਮਝਣ ਦੀ ਜਾਂਚ ਵੀ ਦੱਸਾਂ। ਇਸ ਪੰਕਤੀ ਵਿੱਚ ਸਹਿਜ ਦੀ ਗੱਲ ਕੀਤੀ ਹੈ। ਸਹਿਜ ਦਾ ਜੇ ਅਖਰੀ ਅਰਥ ਦੇਖਦੇ ਹਾਂ ਤੇ ਇਸ ਦਾ ਮਤਲਬ ਹੈ ਠਹਿਰਾਓ। ਸਹਿਜ ਮਨ ਦੀ ਉਹ ਅਤ ਉੱਤਮ ਅਵਸਥਾ ਹੈ ਜੋ ਭਟਕਣਾ ਤੋਂ ਬਾਅਦ ਪ੍ਰਾਪਤ ਹੁੰਦੀ ਹੈ। सहज कथा प्रभ की अत मीठी, विरले काहू नेत्रों डीठी। ਹੁਣ ਤੀਜੇ ਬੰਦ ਵਿੱਚ ਸਾਰਾ ਨਿਚੋੜ ਦਿੰਦੇ ਹੋਏ ਕਹਿੰਦੇ ਨੇ, ਜਿਹਨੂੰ ਇਹ ਜੁਗਤ ਆ ਗਈ, ਪਹਿਲੀ ਗੱਲ ਸੀ ਕਿ ਮੁਹਾਰ ਪਾਣੀ ਆ ਜਾਏ, ਕਾਠੀ ਚੜਾਨੀ ਆ ਜਾਏ, ਪ੍ਰਭੂ ਦੀ ਵਿਆਪਕਤਾ ਵਾਲੀ ਸਮਝ ਆ ਜਾਏ ਕਿ ਮੇਰੇ ਜੀਵਨ ਵਿੱਚ ਅਸਲੀ ਸਵਰਗ ਕੀ ਹੈ, ਤੇ ਆਪਣੇ ਮਾਇਆ ਵਾਲੇ ਪਾਸੇ ਖਿੱਚੀ ਜਾਣ ਵਾਲੇ ਮਨ ਨੂੰ ਪ੍ਰੇਮ ਦੇ ਚਾਬਕ ਨਾਲ ਜਿਹਨੂੰ ਕੰਟਰੋਲ ਕਰਨਾ ਆ ਜਾਵੇ, ਉਹਨਾਂ ਲਈ ਕਬੀਰ ਜੀ ਕਹਿੰਦੇ ਨੇ, ਕਹਤ ਕਬੀਰ ਭਲੇ ਅਸਵਾਰਾ, ਬੇਦ ਕਤੇਬ ਤੇ ਰਹਿ ਨਿਰਾਰਾ। ਪਹਿਲਾਂ ਕੁਝ ਉਚਾਰਨ ਸੇਧਾਂ ਦੇਖ ਲੈਂਦੇ ਹਾਂ। ਕਹਿਤ ਖੜਾ ਤੜਾ ਪੜਨਾ ਹੈ ਜਿਵੇਂ ਲਿਖਿਆ ਹੈ, ਕਬੀਰ ਤੇ ਵਿਸ਼ਰਾਮ ਦੇਣਾ ਹੈ, ਭਲੇ ਅਸਵਾਰਾ ਜਿਵੇਂ ਲਿਖਿਆ ਹੈ ਉਸੇ ਤਰ੍ਹਾਂ ਪੜਨਾ ਹੈ, ਬੇਦ ਕਤੇਬ ਤੇ ਵਿਸ਼ਰਾਮ ਦੇਣਾ ਹੈ, ਤੇ ਰਹਿ ਦੂਸਰੇ ਰਹਾਏ ਦੀ ਸਿਆਰੀ ਪਹਿਲੇ ਹਾਏ ਤੇ ਦੁਲਾਵਾਂ ਦੀ ਤਰ੍ਹਾਂ ਪੜਨੀ ਹੈ, ਨਾਲ ਨਾਸਕੀ ਉਚਾਰਨ ਆਏਗਾ। ਨਿਰਾਰਾ ਜਿਵੇਂ ਲਿਖਿਆ ਹੈ ਉਸੇ ਤਰ੍ਹਾਂ ਪੜਨਾ ਹੈ, कहत कबीर भले असवारा, बेद कतेब ते रह निरारा। भले इत्थे चंगे ਜਾਂ ਸਿਆਣੇ ਲਈ ਆਇਆ ਹੈ, ਅਸਵਾਰਾ ਸਵਾਰੀ ਕਰਨ ਵਾਲਾ, ਬੇਦ ਕਤੇਬ ਤੇ ਇੱਥੇ ਤੇ ਤੋਂ ਪਾਓ ਤੋਂ ਹੈ, ਰਹਿੰਦੇ ਹਨ, ਨਿਰਾਰਾ ਵੱਖਰੇ ਜਿਹਨੂੰ ਅਸੀਂ ਨਿਆਰੇ ਵੀ ਕਹਿ ਦਿੰਦੇ ਹਾਂ। कहत कबीर भले असवारा, बेद कतेब ते रह निरारा। ਉਹ ਸਵਾਰੀ ਕਰਨ ਵਾਲਾ ਮਨੁੱਖ ਜਿਨੇ ਇਹ ਸਮਝ ਲੈ ਲਈ ਕਿ ਜੋ ਸਿਆਣਾ ਬਣ ਗਿਆ, ਪਾਓ ਮਨ ਜਿਨੇ ਸਮਝ ਲੈ ਲਈ ਤੇ ਗੁਰੂ ਤੋਂ ਗਿਆਨ ਲੈ ਲਿਆ, ਫਿਰ ਉਹਦੇ ਵਿੱਚ, ਉਹਦੇ ਜੀਵਨ ਵਿੱਚ ਕਿੱਥੇ ਵੀ ਰੁਕਾਵਟ ਨਹੀਂ ਆਉਂਦੀ। ਫਿਰ ਧਾਰਮਿਕ ਪੁਸਤਕਾਂ ਵਿੱਚ ਦਿੱਤੀ ਜਿਹੜੀ ਨਿਯਮਾਵਲੀ ਹੈ ਉਹਦੇ ਵਿੱਚ ਬੱਝਾ ਨਹੀਂ ਰਹਿੰਦਾ, ਬਲਕਿ ਰੱਬੀ ਪ੍ਰੇਮ ਦੇ ਵਿੱਚ ਆਪਣੇ ਮਾਲਕ ਦੇ ਦੱਸੇ ਰਾਹ ਤੇ ਟੁਰਦਾ ਹੈ। ਨਾ ਇਹ ਰੁਕਾਵਟਾਂ ਬਣਦੀਆਂ ਨੇ ਤੇ ਨਾ ਹੀ ਮਨ ਇਹਨਾਂ ਨੂੰ ਨਿਭਾਉਂਦੇ ਹੋਏ ਹੰਕਾਰੀ ਹੁੰਦਾ ਹੈ, ਕਿਉਂਕਿ ਜਦੋਂ ਅਸੀਂ ਧਾਰਮਿਕ ਕਰਮ ਕਰਦੇ ਹਾਂ ਤੇ ਬਹੁਤੀ ਵਾਰੀ ਤਾਂ ਇਹਨਾਂ ਦੇ ਅਧੀਨ ਹੰਕਾਰੀ ਹੋ ਜਾਂਦੇ ਹਾਂ। ਵੇਖਿਆ, ਮੈਂ ਤਾਂ ਇੰਨੀ ਨਿਯਮਾਵਲੀ ਨਿਭਾਉਂਦਾ ਹਾਂ, ਮੈਂ ਤੇ ਕਦੀ ਨਿਤਨੇ ਮਿਸ ਨਹੀਂ ਕੀਤਾ, ਇਹ ਹੰਕਾਰ ਹੈ। ਜਾਂ ਮੈਂ ਇੰਨੇ ਚੰਗੇ ਕੰਮ ਕਰਦਾ ਹਾਂ, ਮੈਂ ਇੰਨੀਆਂ ਕਲਾਸਾਂ ਲਾਉਂਦਾ ਹਾਂ, ਸਾਡਾ ਮਨ ਬੜੀ ਜਲਦੀ ਹੰਕਾਰੀ ਹੋ ਜਾਂਦਾ ਹੈ। ਤੇ ਦੂਜਾ ਪੱਖ ਹੈ ਕਿ ਜੇ ਕਿਤੇ ਕਿਸੇ ਦਿਨ ਇਹ ਨਾ ਹੋ ਸਕਿਆ ਤੇ ਫਿਰ ਮੈਂ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ। ਲੈ ਅੱਜ ਪਤਾ ਨਹੀਂ ਕੀ ਅਵਗਿਆ ਹੋ ਗਈ ਮੇਰੇ ਕੋਲੋਂ, ਅੱਜ ਮੇਰਾ ਨਿਤਨੇਮ ਰਹਿ ਗਿਆ, ਪਤਾ ਨਹੀਂ ਹੁਣ ਕੀ ਮਾੜਾ ਹੋਏਗਾ। ਇਹ ਦੋਨੋਂ ਗੱਲਾਂ ਗਲਤ ਨੇ। ਨਾ ਅਸੀਂ ਡਿਪਰੈਸ਼ਨ ਵਿੱਚ ਜਾਣਾ ਹੈ ਤੇ ਨਾ ਹੰਕਾਰ ਵਿੱਚ ਜਾਣਾ ਹੈ, ਬਲਕਿ पंडित मुल्ला जो लिख दिया, छाड़ चले हम कछु न लिया। हृदय इखलास निरख ले मीरा, आप खोज खोज मिले कबीरा। इखलास तो भाव है
ਪ੍ਰੇਮ ਜਾਂ ਪਵਿੱਤਰਤਾ, ਤੇ ਮੀਰਾ ਪਰਮਾਤਮਾ ਵਾਸਤੇ ਆਇਆ ਹੈ। ਇਹ ਵੀ ਕਬੀਰ ਜੀ ਦਾ ਹੀ ਸ਼ਬਦ ਹੈ। ਪੰਡਤ ਤੇ ਮੌਲਵੀਆਂ ਨੇ ਕਰਮ ਕਾਂਡ ਬਾਰੇ ਜੋ ਲਿਖਿਆ ਹੈ, ਮੈਂ ਉਹ ਕੁਝ ਨਹੀਂ ਲਿੱਤਾ, ਮੈਂ ਤਾਂ ਆਪਣੇ ਗੁਰੂ ਦੇ ਨਾਲ ਨਿਰੋਲ ਪਿਆਰ ਕੀਤਾ ਹੈ। ਪਿਆਰ ਵਿੱਚ ਬੱਦਾ ਚੱਟੀ ਨਹੀਂ ਹੁੰਦੀ ਕਿ ਮੈਂ ਹੁਣ ਇੰਨਾ ਕਰਨਾ ਹੀ ਹੈ, ਉੱਥੇ ਤਾਂ ਪਿਆਰ ਹੈ। ਜਿਵੇਂ ਮਾਂ ਤੇ ਬੱਚੇ ਦਾ ਅਸੀਂ ਰਿਸ਼ਤਾ ਦੇਖਦੇ ਹਾਂ, ਕਦੀ ਵੀ ਇਹ ਨਹੀਂ ਹੁੰਦਾ ਕਿ ਬੱਚਾ ਹਰ ਵੇਲੇ ਮਾਂ ਮਾਂ ਬੋਲਦਾ ਰਵੇ। ਮਾਂ ਮੈਨੂੰ ਹਰ ਵੇਲੇ ਪਿਆਰ ਕਰੇ ਤੇ ਮੇਰੀ ਹਰ ਗੱਲ ਮੰਨੇ, ਤਾਂ ਹੀ ਸਮਝ ਆਉਂਦੀ ਹੈ ਕਿ ਮਾਂ ਮੈਨੂੰ ਪਿਆਰ ਕਰਦੀ ਹੈ। ਤੇ ਮਾਂ ਵੀ ਕਦੀ ਨਹੀਂ ਕਹਿੰਦੀ ਕਿ ਬੱਚਾ ਸਾਰਾ ਦਿਨ ਮਾਂ ਮਾਂ ਬੋਲਦਾ ਰਵੇ, ਤੇ ਤਾਂ ਹੀ ਮੈਨੂੰ ਪਤਾ ਲੱਗੇਗਾ ਕਿ ਬੱਚਾ ਮੈਨੂੰ ਪਿਆਰ ਕਰਦਾ ਹੈ। ਦੋਨੋਂ ਦੇ ਰਿਸ਼ਤੇ ਦੀ ਆਪਸੀ ਸਮਝ ਕਿ ਪਿਆਰ ਜਿਹੜਾ ਹੈ ਉਹਨਾਂ ਦੇ ਕਾਰ ਵਿਹਾਰ ਵਿੱਚ, ਉਹਨਾਂ ਦੀ ਜੀਵਨ ਸ਼ੈਲੀ ਦੇ ਵਿੱਚੋਂ ਪ੍ਰਗਟ ਹੁੰਦਾ ਹੈ। ਜਦੋਂ ਦੋਨੋਂ ਕਿਸੇ ਦੀ ਗੱਲ ਨੂੰ ਕ੍ਰਾਸ ਨਹੀਂ ਕਰਦੇ, ਬਲਕਿ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ, ਆਪਸੀ ਸਮਝ ਦੇ ਨਾਲ ਇੱਕ ਦੂਜੇ ਨੂੰ ਸਮਝਦੇ ਹੋਏ ਰਿਸ਼ਤੇ ਦੀ ਗਹਿਰਾਈ ਦੇ ਵਿੱਚ ਹੋਰ ਵੱਧਦੇ ਜਾਂਦੇ ਨੇ। ਚਾਹੇ ਬੱਚੇ ਦੀ ਉਦਾਹਰਣ ਲਈ ਹੈ, ਪਤੀ ਪਤਨੀ ਦਾ ਰਿਸ਼ਤਾ ਵੀ ਇਸੇ ਤਰ੍ਹਾਂ ਹੈ। ਜਿਵੇਂ ਜਿਵੇਂ ਸਾਡਾ ਰਿਸ਼ਤਾ ਪੁਰਾਣਾ ਹੁੰਦਾ ਜਾਂਦਾ ਹੈ, ਅਸੀਂ ਕਿਸ ਤਰ੍ਹਾਂ ਇੱਕ ਦੂਜੇ ਨੂੰ ਸਮਝਣ ਲੱਗ ਜਾਂਦੇ ਹਾਂ, ਮਿਝ ਪਾ ਜਾਂਦੇ ਹਾਂ। ਪਹਿਲਾਂ ਹੀ ਇੱਕ ਦੂਜੇ ਦੀ ਗੱਲ ਦਾ ਪਤਾ ਲੱਗ ਜਾਂਦਾ ਹੈ, ਆ ਗੱਲ ਉਹਨੂੰ ਚੰਗੀ ਨਹੀਂ ਲੱਗਦੀ ਤੇ ਨਹੀਂ ਕਰਨੀ ਚਾਹੀਦੀ, ਹਸਬੈਂਡ ਹੈ ਚਾਹੇ ਵਾਈਫ ਹੈ। ਏਦਾਂ ਹੀ ਰੱਬ ਦੀ ਪੈ ਪਾਉਣੀ ਵਿੱਚ ਹਰ ਕਰਮ ਕਰਦੇ ਹੋਏ ਸਾਨੂੰ ਇਹ ਧਿਆਨ ਵਿੱਚ ਹੋਵੇ ਕਿ ਉਹਨੂੰ ਮੇਰਾ ਇਹ ਕੰਮ ਪਸੰਦ ਨਹੀਂ ਆਉਣਾ, ਕੋਈ ਮਜਬੂਰੀ ਨਹੀਂ ਹੈ, ਉੱਥੇ ਨਿਰੋਲ ਪਿਆਰ ਹੈ, ਉੱਥੇ ਆਲੇ ਦੁਆਲੇ ਚਿੱਕੜ ਵੀ ਹੈ ਤਾਂ ਵੀ ਨਿਰਲੇਪ ਹੋ ਕੇ ਲੰਘ ਜਾਂਦਾ ਹੈ। कबीर जग काजल की कोठरी अंध परे तिस माहे हों बलिहारी तिनको पैस जो नीकस जाए। कबीर साहब फरमा रहे हैं, जग काजल ਦੀ ਕੋਠਰੀ ਹੈ ਤੇ ਅੰਨੇ ਇਸ ਵਿੱਚ ਡਿੱਗਦੇ ਪਏ ਨੇ, ਪਰ ਮੈਂ ਤੇ ਵਾਰੇ ਉਹਨਾਂ ਤੋਂ ਜਾਵਾਂ ਜਿਹੜੇ ਇਹਨਾਂ ਵਿੱਚੋਂ ਲੰਘੀ ਵੀ ਜਾਂਦੇ ਨੇ ਤੇ ਕਾਲਕ ਵੀ ਨਹੀਂ ਲੱਗਣ ਦਿੰਦੇ। ਕਮਾਲ ਹੈ ਇਹਨਾਂ ਦਾ ਜੀਵਨ। ਇਹ ਕਾਲਕ ਨਾ ਲੱਗਣੀ ਗੁਰੂ ਦੀ ਜੀਵਨ ਜਾਚੀ ਸਿਖਾ ਸਕਦੀ ਹੈ। ਲੋਭ ਲਹਿਰ ਅਤ ਨੀਚਰ ਬਾਝੈ, ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ ਰਾਓ। ਲੋਭ ਦੀ ਬੜੀ ਭਿਆਨਕ ਲਹਿਰ ਹੈ, ਜਿਸ ਵਿੱਚ ਹਰ ਵੇਲੇ ਮੇਰੀ ਕਾਇਆ ਡੁੱਬਦੀ ਪਈ ਹੈ। ਮਾਲਕ ਜੀ ਮੈਨੂੰ ਇਹਦੇ ਚੋਂ ਪਾਰ ਕਰੋ। ਜੇ ਆਪਣੇ ਜੀਵਨ ਨੂੰ ਫੋਕਸ ਕਰਨਾ ਹੈ ਤੇ ਹਮੇਸ਼ਾ ਜੀਵਨ ਦੇ ਪ੍ਰਤੀ ਸੁਚੇਤਤਾ ਵਾਲਾ ਸੁਭਾਅ ਲਿਆਣਾ ਪਏਗਾ। ਕਬੀਰ ਸਾਹਿਬ ਜੀ ਸਾਰੇ ਸ਼ਬਦ ਵਿੱਚ ਮਨ ਨੂੰ ਹੀ ਫੋਕਸ ਕਰਦੇ ਪਏ ਨੇ। ਨਾਨਕ ਗੁਰੂ ਨ ਚੇਤਨੀ, ਮਨ ਆਪਣੇ ਸੁਚੇਤ। ਜੇ ਮਨ ਵਿੱਚ ਸੁਚੇਤਤਾ ਨਹੀਂ ਲਿਆਂਦੀ ਤੇ ਹਾਲਾਤ ਵੀ ਇਹ ਹੋਏਗੀ ਜੋ ਇਸ ਸ਼ਬਦ ਵਿੱਚ ਦਰਸਾਈ ਗਈ ਹੈ, ਛੁੱਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ। ਸਿੱਖੀ ਦਾ ਨਿਆਰਾਪਨ ਤੇ ਨਵੇਕਲਾ ਸਿਧਾਂਤ ਕਿ ਨਰਕ ਸਰਗ ਕੋਈ ਮਰਨ ਤੋਂ ਬਾਅਦ ਦੀ ਗੱਲ ਨਹੀਂ ਹੈ। ਸਤਿਗੁਰ ਪਾਤਸ਼ਾਹ ਕੋਈ ਵੀ ਬਾਣੀ ਵਿੱਚ ਪ੍ਰਲੋਭਨ ਨਹੀਂ ਦਿੰਦੇ, ਕੋਈ ਵੀ ਲਾਲਚ ਨਹੀਂ ਦਿੰਦੇ, ਕੋਈ ਵੀ ਸਬਜ਼ ਬਾਗ ਨਹੀਂ ਦਿਖਾਉਂਦੇ। ਉਹ ਠੀਕ ਗੁਰੂ ਦੀ ਬਾਣੀ ਅਨੁਸਾਰ ਜ਼ਿੰਦਗੀ ਜਿਉਣ ਦੀ ਗੱਲ ਕਰਦੇ ਨੇ। ਸਿੱਖ ਧਰਮ ਉਸ ਤੇ ਖੜਾ ਹੈ, ਬਾਕੀ ਜਿਹੜੇ ਧਰਮ ਨੇ ਉਹਨਾਂ ਦੇ ਦੋ ਪਿੱਲਰ ਤੇ ਖੜੇ ਨੇ, ਇੱਕ ਡਰ ਦਾ ਤੇ ਦੂਜਾ ਪ੍ਰਲੋਭਨ ਦਾ। ਮਰਨ ਤੋਂ ਬਾਅਦ ਕੁਝ ਨਹੀਂ ਹੈ। ਮੇਰੇ ਮਨਾ ਚੱਲ ਮੈਂ ਤੈਨੂੰ ਸਵਰਗ ਵਿੱਚ ਲੈ ਕੇ ਚੱਲਾਂ, ਤੇਰਾ ਪਾਰ ਉਤਾਰਾ ਕਰ ਦਿਆਂ ਇਸ ਭੌਜਲ ਸੰਸਾਰ ਤੋਂ, ਇਸ ਤ੍ਰੈ ਗੁਣੀ ਮਾਇਆ ਤੋਂ। ਤੇ ਜੇ ਤੂੰ ਮੇਰੇ ਕਾਬੂ ਨਹੀਂ ਆਇਆ ਤੇ ਮੈਂ ਤੈਨੂੰ ਸੋਟੀਆਂ ਮਾਰਾਂਗਾ ਪ੍ਰੇਮ ਦੀਆਂ, ਰੱਬ ਦੇ ਪ੍ਰੇਮ ਦੀਆਂ। ਤੇ ਤੂੰ ਮੇਰੇ ਕਾਬੂ ਕਿੱਦਾਂ ਨਹੀਂ ਆਂਦਾ। ਇਤਨੇ ਸ਼ਾਨਦਾਰ ਲੈਵਲ ਤੇ ਸਤਿਗੁਰ ਪਾਤਸ਼ਾਹ ਸਾਡੇ ਸਾਹਮਣੇ ਇਹ ਸਿਧਾਂਤ ਰੱਖਦੇ ਨੇ। ਇੱਕ ਨਿਮਾਣਾ ਜਿਹਾ ਯਤਨ
ਕੀਤਾ ਹੈ। ਹੋਈਆਂ ਬੇਅੰਤ ਭੁੱਲਾਂ ਲਈ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਭੈਣ ਜੀ ਮਨਿੰਦਰ ਕੌਰ ਜੀ। ਅੱਜ ਦੇ ਸ਼ਬਦ ਰਾਹੀਂ ਭਗਤ ਕਬੀਰ ਜੀ ਨੇ ਜੋ ਸਾਨੂੰ ਅੰਤਰੀਵ ਭਾਵ ਸਮਝਾਏ ਹਨ, ਭੈਣ ਜੀ ਮਨਿੰਦਰ ਕੌਰ ਜੀ ਨੇ ਉਹ ਸਾਰੇ ਭਾਵ ਸਾਡੇ ਨਾਲ ਸਾਂਝੇ ਕੀਤੇ ਹਨ। ਦਰਅਸਲ ਪ੍ਰੀਤਮ ਦੇ ਦੇਸ਼ ਜਾਣ ਦੇ ਲਈ, ਉਹਦੇ ਘਰ ਪਹੁੰਚਣ ਦੇ ਲਈ ਜੋ ਆਖਰੀ ਲਾਈਨਾਂ ਹਨ, ਉਹਦੇ ਵਿੱਚ ਭਗਤ ਕਬੀਰ ਜੀ ਨੇ ਗੱਲ ਸਮਝਾ ਦਿੱਤੀ ਵੀ ਕਰਮ ਕਾਂਡਾਂ ਦੀ ਫਿਲਾਸਫੀ ਦੇ ਨਾਲ ਪ੍ਰੀਤਮ ਦੇ ਦੇਸ਼ ਨਹੀਂ ਪਹੁੰਚਿਆ ਜਾਂਦਾ। ਪ੍ਰੀਤਮ ਦੇ ਦੇਸ਼ 'ਚ ਪਹੁੰਚਣ ਦੇ ਲਈ ਇਹਨਾਂ ਤੋਂ ਨਿਰਲੇਪ ਰਹਿਣਾ ਪਵੇਗਾ, ਉੱਚੀ ਅਵਸਥਾ 'ਚ ਜਾਣਾ ਪਵੇਗਾ। ਕੁਝ ਜ਼ਰੂਰੀ ਚੀਜ਼ਾਂ ਹਨ, ਉਹ ਇਹ ਕਿ ਆਪਣੇ ਮਨ ਨੂੰ ਲਗਾਮ ਲਗਾਈ ਜਾਏ, ਭਾਵ ਮਨ ਨੂੰ ਉਸਤਤ ਨਿੰਦਾ ਤੋਂ ਬਾਹਰ ਕੱਢਿਆ ਜਾਏ। ਜਦ ਤੱਕ ਉਸਤਤ ਨਿੰਦਾ ਦੇ ਵਿੱਚ ਮਨ ਹੈ, ਉਨੀ ਦੇਰ ਤੱਕ ਇਹ ਮਨ ਘੋੜਾ ਜਿਹੜਾ ਹੈ ਇਹ ਕਾਬੂ 'ਚ ਨਹੀਂ ਆ ਸਕਦਾ। ਉਹਦੀ ਉਦਾਹਰਨ ਦਿੱਤੀ ਹੈ ਵੀ ਜਿਵੇਂ ਘੋੜੇ ਨੂੰ ਬਾਹਰ ਮੂੰਹ ਮਾਰਨ ਦੇ ਲਈ ਉਹਦੇ ਮੂੰਹ 'ਚ ਵਿੱਚ ਦੇਖਿਆ ਹੋਏਗਾ ਤੁਸੀਂ, ਘੋੜੇ ਦੇ ਮੂੰਹ 'ਚ ਇੱਕ ਕਿੱਲੀ ਜੀ ਪਾ ਕੇ ਇਸ ਤਰ੍ਹਾਂ ਵਿੱਚ ਚੜਾ ਦਿੱਤੀ ਜਾਂਦੀ ਹੈ। ਉਦੋਂ ਉਹ ਲਗਾਮ ਦੇ ਨਾਲ ਰੱਸੀ ਜੀ ਬੰਨੀ ਹੁੰਦੀ ਹੈ ਤੇ ਉਹ ਜਦੋਂ ਖਿੱਚਦੇ ਨੇ ਤੇ ਘੋੜੇ ਨੂੰ ਤਕਲੀਫ ਹੁੰਦੀ ਹੈ, ਤਦ ਕਿ ਉਹ ਬੇਕਾਬੂ ਨਾ ਹੋ ਜਾਏ। ਉਹ ਲਗਾਮ ਦੀ ਜਿਹੜੀ ਬੱਧੀ ਹੋਈ ਰੱਸੀ, ਜਿਹਨੂੰ ਮਹਾਰ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਮਨ ਰੂਪੀ ਘੋੜਾ ਜਿਹੜਾ ਦੌੜਦਾ ਹੀ ਫਿਰਦਾ ਹੈ, ਇਹਨੂੰ ਵੀ ਗੁਰੂ ਸ਼ਬਦ ਦੀ ਉਪਰੀਤ ਦੀ ਰੱਸੀ ਪਾਉਣੀ ਪਏਗੀ। ਗੁਰੂ ਸ਼ਬਦ ਦੀ ਰੱਸੀ ਦੇ ਨਾਲ ਫਿਰ ਉਸਤਤ ਨਿੰਦਾ ਤੋਂ ਇਹ ਉੱਤੇ ਉੱਠੇਗਾ, ਕਿਉਂਕਿ ਉਸਤਤ ਨਿੰਦਾ ਦੋ ਵਰਜਤ ਖੋਜੇ ਪਦ ਨਿਰਮਾਨਾਂ ਦੀ ਫਿਲਾਸਫੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿੱਤੀ ਹੈ। ਜਦੋਂ ਤੱਕ ਮਨ ਉਸਤਤ ਨਿੰਦਾ ਦੇ ਵਿੱਚ ਜਾਂ ਦੂਜੇ ਲਫ਼ਜ਼ਾਂ 'ਚ ਕਹਿ ਲਈਏ ਬਾਹਰੀ ਕਰਮ ਕਾਂਡ ਵਿੱਚ ਫਸਿਆ ਹੋਇਆ, ਉਹਦੇ ਤੱਕ ਇਹ ਮਨ ਰੂਪੀ ਘੋੜਾ ਪ੍ਰੀਤਮ ਦੇ ਦੇਸ਼ 'ਚ ਨਹੀਂ ਪਹੁੰਚਦਾ। ਉਦਾਹਰਨ ਘੋੜੇ ਦੀ ਦੇ ਕੇ ਉਹਦੇ ਨਾਲ ਜਿਹੜੀਆਂ ਚੀਜ਼ਾਂ ਘੋੜੇ ਨਾਲ ਸੰਬੰਧਿਤ ਨੇ, ਕਿਵੇਂ ਘੋੜਾ ਕਾਬੂ 'ਚ ਕੀਤਾ ਜਾਂਦਾ, ਅਸਲ ਕਹਾਣੀ ਮਨ ਦੇ ਰੂਪੀ ਘੋੜੇ ਨੂੰ ਕਾਬੂ ਕਰਨ ਦੀ। ਇਹਦੇ 'ਚ ਜੋ ਕਬੀਰ ਜੀ ਨੇ ਸਾਨੂੰ ਦੱਸ ਦਿੱਤਾ ਵੀ ਜਿਹੜੀ ਘੋੜੇ ਦੇ ਮੂੰਹ 'ਚ ਜਿਵੇਂ ਰੱਸੀ ਪਾਈ ਜਾਂਦੀ ਹੈ ਤੇ ਉਹਨੂੰ ਖਿੱਚਿਆ ਜਾਂਦਾ ਤੇ ਉਹ ਕਾਬੂ ਆ ਜਾਂਦਾ, ਜਿੱਧਰ ਨੂੰ ਖਿੱਚੋ ਉਧਰ ਨੂੰ ਮੁੜ ਜਾਂਦਾ। ਜਦੋਂ ਮਨ ਰੂਪੀ ਘੋੜੇ ਦੀ ਵਾਗਡੋਰ ਤੇਰੇ ਹੱਥ 'ਚ ਹੋਵੇਗੀ ਔਰ ਸ਼ਬਦ ਰੂਪੀ ਲਗਾਮ ਉਹਨੂੰ ਪਾ ਦਿੱਤੀ ਜਾਏਗੀ, ਗੁਰੂ ਦੇ ਸ਼ਬਦ ਨਾਲ ਉਹਨੂੰ ਖਿੱਚੇਗਾ ਤੇ ਫਿਰ ਤੇਰੇ ਪਿੱਛੇ ਤੁਰ ਪਵੇਗਾ। ਜਦ ਤੱਕ ਨਹੀਂ ਉਹ ਮਨ ਆਪਣੇ ਪਿੱਛੇ ਲਾ ਕੇ ਤੁਰਦਾ ਹੈ, ਇਨਸਾਨ ਨੂੰ ਆਪਣੇ ਪਿੱਛੇ ਲਾਈ ਤੁਰਦਾ ਹੈ। ਤੋ ਇੱਥੇ ਸਗਲ ਜਿਹੜੀ ਗੱਲ ਉਹ ਲਗਾਮ ਦੀ ਹੈ, ਉਹ ਮਨ ਰੂਪੀ ਘੋੜੇ ਨੂੰ ਰੋਕਣ ਦੀ ਗੱਲ ਕੀਤੀ ਗਈ। ਤੋ ਇਹਦੇ 'ਚ ਭਗਤ ਜੀ ਸਿੱਧੀ ਗੱਲ ਕੀਤੀ ਹੈ, ਵਿਕਾਰਾਂ ਤੋਂ ਬਚਣ ਲਈ ਮੂੰਹ ਦੇ ਵਿੱਚ ਲਗਾਮ ਪਾਉਂਦਾ ਹਾਂ, ਕਿਹਦੇ? ਮਨ ਰੂਪੀ ਘੋੜੇ ਦੇ ਮਹਾਰ ਦੇ ਕੇ। ਉਹ ਰੱਸੀ ਜੀ ਲਾ ਕੇ ਜਿਹੜੀ ਸੀਖ ਜੀ ਬਣੀ ਹੁੰਦੀ ਹੈ ਵਿੱਚ ਮੂੰਹ ਦੇ ਵਿੱਚ ਚੜਾਈ ਹੁੰਦੀ, ਉਹਨੂੰ ਮਹਾਰ ਕਹਿੰਦੇ ਨੇ। ਉਹਦੇ ਨਾਲ ਮੈਂ ਉਹਨੂੰ ਪਾ ਕੇ ਖਿੱਚ ਕੇ ਰੱਖਦਾ ਆਪਣੇ ਹੱਥ 'ਚ। ਮੇਰੀ ਲਗਾਮ ਮਨ ਰੂਪੀ ਘੋੜੇ ਦੇ ਹੱਥ 'ਚ ਨਹੀਂ, ਹੁਣ ਮਨ ਰੂਪੀ ਘੋੜੇ ਦੀ ਲਗਾਮ ਮੇਰੇ ਹੱਥ ਵਿੱਚ ਹੈ, ਕਿਉਂਕਿ ਮੈਂ ਸ਼ਬਦ ਦੀ ਲਗਾਮ ਉਹਨੂੰ ਪਾ ਲਈ। ਇਹ ਜਦ ਪ੍ਰੀਤਮ ਦੇ ਦੇਸ਼ ਤੇ ਪਹੁੰਚਣ ਦੇ ਲਈ ਇਹ ਆਪਣੇ ਮਨ ਦੀ ਲਗਾਮ ਗੁਰੂ ਸ਼ਬਦ ਦੀ ਰੱਸੀ ਦੇ ਰਾਹੀਂ ਆਪਣੇ ਹੱਥ 'ਚ ਰੱਖਣੀ ਬੜੀ ਜ਼ਰੂਰੀ ਹੈ। ਉਹਦੇ 'ਚ ਉਦਾਹਰਨਾਂ ਜਿਹੜੇ ਸ਼ਬਦਾਵਲੀ ਉਹੀ ਯੂਜ਼ ਕੀਤੀ ਹੈ ਵੀ ਕਾਠੀ ਕਹਿੰਦੇ ਨੇ ਮੈਂ ਪਾਈ ਹੋਏ ਦੇ ਉੱਤੇ, ਕਿਹੜੀ ਕਾਠੀ ਪਾਈ ਹੈ? ਵੀ ਉਹਨਾਂ ਦੱਸਿਆ ਵੀ ਪ੍ਰਭੂ ਦੀ ਸਰਵ ਵਿਆਪਕਤਾ ਰੂਪੀ ਕਾਠੀ, ਉਹਨੂੰ ਮੈਂ ਹਰ ਵਿੱਚ ਪ੍ਰਭੂ ਨੂੰ ਦੇਖਦਾ, ਸਭ ਮੈਂ ਜੋਤ ਜੋਤ ਹੈ ਸੋਈ ਦੀ ਫਿਲਾਸਫੀ ਜਿਹੜੀ ਹੈ ਉਹ ਇੱਥੇ ਦੁਹਰਾਈ ਗਈ ਹੈ। ਇਹਦੇ 'ਚ ਕੀ ਦਾ ਕੀ ਮਤਲਬ ਹੈ ਕਿ ਕਿਸੇ ਤੋਂ ਨਫ਼ਰਤ, ਕਿਸੇ ਦਾ ਵਿਰੋਧ, ਕਿਸੇ ਦਾ ਈਰਖਾ, ਦਵੈਕ, ਮਾਨ, ਅਭਿਮਾਨ ਜਦ ਤੱਕ ਮਨ ਵਿੱਚ ਹੈ ਉਨੀ ਦੇਰ ਤੱਕ ਵੀ ਮਿਲਾਪ ਨਹੀਂ ਹੁੰਦਾ। ਇਹਦੇ ਵਿੱਚ ਜਿਹੜੀ ਜੀ ਘੋੜੇ ਉੱਤੇ ਚੜ੍ਹਨ ਦੀ ਗੱਲ ਸੁਣਤੀ, ਮਨ ਨੂੰ ਵੀ ਘੋੜੇ ਨੂੰ ਜਿਹੜੀ ਕਾਠੀ ਪਾਉਣ ਦੀ ਗੱਲ ਸੀ ਉਹ ਇਹ ਸੀ ਵੀ ਸਾਰਿਆਂ ਦੇ ਵਿੱਚ ਪ੍ਰਭੂ ਨੂੰ ਦੇਖਣਾ, ਉਹਦੀ ਜੋਤ ਸਾਰਿਆਂ 'ਚ ਦੇਖਣੀ। ਜੇ ਸਾਰਿਆਂ 'ਚ ਜੋਤ ਹੈ ਤੇ ਫਿਰ ਨਫ਼ਰਤ ਕਿਉਂ, ਫਿਰ ਮਨ ਈਰਖਾ ਵਿੱਚ ਕਿਉਂ, ਵੈਰ ਵਿਰੋਧ ਵਿੱਚ ਕਿਉਂ? ਉਹਦੀ ਗੱਲ ਸਮਝਾ ਦਿੱਤੀ। ਫਿਰ ਅਗਲੀ ਗੱਲ ਫਿਰ ਸਮਝਾ ਦਿੱਤੀ ਕਿ ਜਿਹੜੇ ਵਿਚਾਰ ਗੁਰੂ ਨੇ ਦਿੱਤੇ ਆ ਉਹ ਸਵਾਰੀ ਕਰ, ਜਿਹੜੇ ਗੁਰੂ ਦੇ ਵਿਚਾਰ ਨੇ, ਆਪਣੇ ਵਿਚਾਰ ਗੁਰੂ ਅਨੁਸਾਰੀ ਹੋ ਗਏ ਤੇ ਸਹਿਜ ਦੇ ਭਾਵ ਗਿਆਨ ਦੇ ਜਿਹੜੇ ਰਕਾਬ ਆ ਉਹਦੇ ਵਿੱਚ ਪੈਰ ਰੱਖ। ਗਿਆਨ ਰੂਪੀ ਰਕਾਬ ਵਿੱਚ ਪੈਰ ਰੱਖੇਗਾ ਤੇ ਪ੍ਰੇਮ ਦਾ ਮਾਰਗ ਤੈਅ ਕਰਨ ਲਈ ਗਿਆਨ ਰੂਪੀ ਰਕਾਬ ਦੇ ਵਿੱਚ ਪੈਰ ਰੱਖਣੇ ਜ਼ਰੂਰੀ ਨੇ। ਭਾਵ ਗਿਆਨ ਵੀ ਹੋਣਾ ਜ਼ਰੂਰੀ ਹੈ, ਪ੍ਰੇਮ ਵੀ ਹੋਣਾ ਜ਼ਰੂਰੀ ਹੈ, ਨਿਮਰਤਾ ਹੋਣੀ ਵੀ ਜ਼ਰੂਰੀ ਹੈ, ਉਸਤਤ ਨਿੰਦਾ ਤੋਂ ਬਚਣਾ ਵੀ ਜ਼ਰੂਰੀ ਹੈ।
ਸਾਰਾ ਰਸਤਾ ਦੱਸਿਆ ਪਰਮੇਸ਼ਰ ਦੇ ਘਰ ਵਿੱਚ ਪਹੁੰਚਣ ਦਾ। ਤੇ ਜਦੋਂ ਕਹਿੰਦੇ ਜੇ ਮਨ ਤੋਂ ਵੜ ਜਾਵੇ ਤਾਂ ਫਿਰ ਮੈਨੂੰ ਅਗਲੀ ਗੱਲ ਪਿਆਰ ਦੀ ਕਰ ਦਿੱਤੀ। ਫਿਰ ਮੈਂ ਪਿਆਰ ਦੇ ਚਾਬਕ ਮਾਰ ਕੇ ਤੈਨੂੰ ਮੋੜ ਲਵਾਂਗਾ। ਭਾਵ ਇੱਥੇ ਪ੍ਰੇਮ ਦੀ ਗੱਲ ਵੀ ਆ ਗਈ। ਜਿਹੜੇ ਗੁਣ ਪ੍ਰਭੂ ਦੇ ਮਿਲਾਪ ਦੇ ਹੈ, ਆਖਰੀ ਪੰਕਤੀਆਂ ਚ ਉਹਨੇ ਕਿ ਵੀ ਇਹ ਕਰਮ ਕਾਂਡਾਂ ਦੀ ਫਿਲਾਸਫੀ ਹੈ ਹੀ ਨਹੀਂ, ਇਹ ਗੁਣ ਧਾਰਨ ਕਰੋ। ਜਿਹੜੇ ਗੁਣ ਉੱਤੇ ਸਾਰੇ ਸ਼ਬਦ ਦੇ ਦੱਸੇ ਹੈ, ਉਹਦੇ ਨਾਲ ਪ੍ਰੀਤਮ ਅਸੀਂ ਪਹੁੰਚ ਜਾਵਾਂਗੇ ਤੇ ਪ੍ਰੀਤਮ ਦੇ ਦੇਸ਼ ਵਿੱਚ ਜਾ ਪਹੁੰਚਾਂਗੇ ਤੇ ਅਸੀਂ ਪ੍ਰੀਤਮ ਦੇ ਘਰ ਦਾ ਆਨੰਦ ਮਾਣ ਲਾਂਗੇ। ਇਹ ਚੀਜ਼ ਬੜੀ ਇੱਕ ਇਨਸਾਨ ਨੂੰ ਸਮਝਣ ਦੇ ਲਈ ਵੀ ਅਸੀਂ ਪ੍ਰੀਤਮ ਦੇ ਦਰ ਤੇ ਘਰ ਵਿੱਚ ਕਿਵੇਂ ਜਾਣਾ ਤੇ ਕਿਵੇਂ ਪਹੁੰਚਣਾ ਹੈ, ਇਹ ਅਸੀਂ ਆਪਣੀ ਆਤਮਾ ਨੂੰ ਪਰਮਾਤਮਾ ਚ ਕਿਵੇਂ ਲੀਨ ਕਰਨਾ, ਇਹ ਵੀ ਪ੍ਰੀਤਮ ਦਾ ਘਰ ਹੈ ਨਾ। ਸਾਡੇ ਅੰਦਰ ਪ੍ਰੀਤਮ ਦਾ ਘਰ ਹੈ, ਕਿਤੇ ਹੋਰ ਬਾਹਰ ਦਾ ਹੈ ਨਹੀਂ। ਮਹੱਲ ਜਾਂ ਕੱਚੀਆਂ ਕੋਠੀਆਂ ਪੱਕੀਆਂ ਕੋਠੀਆਂ ਤਾਂ ਬਣੀਆਂ ਨਹੀਂ, ਸਾਡੇ ਅੰਦਰ ਪ੍ਰੀਤਮ ਦਾ ਘਰ ਹੈ। ਉਹ ਪ੍ਰੀਤਮ ਦੇ ਉਸ ਘਰ ਵਿੱਚ ਪਹੁੰਚਣ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਹਥਿਆਰ ਜਿਹੜੇ ਨੇ ਵਰਤਣੇ ਜ਼ਰੂਰੀ ਹੋਣਗੇ, ਤਾਂ ਹੀ ਅਸੀਂ ਉਸ ਆਪਣੇ ਅੰਦਰ ਦੇ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰਕੇ ਪਰਮੇਸ਼ਰ ਦੇ ਘਰ ਵਿੱਚ ਪਹੁੰਚ ਸਕਦੇ ਹਾਂ। ਬਹੁਤ ਵਧੀਆ ਵਿਚਾਰ ਭੈਣ ਜੀ ਨੇ ਸਾਡੇ ਨਾਲ ਸਾਂਝੇ ਕੀਤੇ ਹਨ। ਬਹੁਤ ਬਹੁਤ ਧੰਨਵਾਦ ਜੀ। ਮੈਂ ਬੇਨਤੀ